ਅਜੀਤ ਵੈਬ ਟੀਵੀ ਵੇਖਣ ਵਾਲੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਮੈਂ ਹਾਂ ਜੱਸਾ ਅਣਜਾਣ। ਅੱਜ ਅਸੀਂ ਪੰਜਾਬ ਦੇ ਨਾਮਵਰ ਐਡਵੋਕੇਟ ਨਵਜੋਤ ਕੌਰ ਚੱਬਾ ਦੇ ਘਰ ਪਹੁੰਚੇ ਹਾਂ। ਉਹਨਾਂ ਕੋਲੋਂ ਘਰੇਲੂ ਹਿੰਸਾ ਦੀ ਰੋਕਥਾਮ ਬਾਰੇ ਅਤੇ ਉਹਨਾਂ ਦੇ ਹੋਰ ਵੀ ਸ਼ੌਕ ਬਾਰੇ ਜਾਣਦੇ ਹਾਂ। ਤੁਹਾਡਾ ਅਜੀਤ ਵੈਬ ਟੀਵੀ 'ਤੇ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਜੀਤ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਡਮ ਜੀ, ਅਸੀਂ ਅੱਜ ਤੁਹਾਡੇ ਕੋਲੋਂ ਘਰੇਲੂ ਹਿੰਸਾ ਬਾਰੇ ਜੋ ਕੇਸ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਬਾਰੇ ਜਾਣਨਾ ਚਾਹੁੰਦੇ ਹਾਂ। ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਦੇਖੋ, ਘਰੇਲੂ ਹਿੰਸਾ ਦਾ ਮਤਲਬ ਹੈਗਾ ਕਿ ਘਰ ਵਿੱਚ ਰਹਿੰਦੇ ਹੋਇਆਂ ਅਗਰ ਕਿਸੇ ਬੱਚੇ ਨਾਲ ਜਾਂ ਕਿਸੇ ਔਰਤ ਦੇ ਨਾਲ ਮਾਰ ਕੁਟਾਈ ਹੁੰਦੀ ਹੈ ਤਾਂ ਉਹ ਘਰੇਲੂ ਹਿੰਸਾ ਦੇ ਤਹਿਤ ਆਉਂਦੀ ਹੈ। ਔਰ ਸਰਕਾਰ ਨੇ ਉਹਦੇ ਲਈ ਇੱਕ ਕਾਨੂੰਨ ਬਣਾਇਆ ਹੈਗਾ ਜਿਹਨੂੰ ਡੋਮੈਸਟਿਕ ਵਾਇਲੈਂਸ ਐਕਟ ਕਹਿੰਦੇ ਨੇ। ਉਸ ਡੋਮੈਸਟਿਕ ਵਾਇਲੈਂਸ ਐਕਟ ਦੇ ਅੰਡਰ ਜਿਹੜਾ ਹੈਗਾ ਉਹ ਕੋਈ ਵੀ ਵਿਅਕਤੀ, ਕੋਈ ਵੀ ਔਰਤ, ਕੋਈ ਵੀ ਬੱਚਾ ਜਿਹਦੇ ਨਾਲ ਘਰੇਲੂ ਹਿੰਸਾ ਹੋ ਰਹੀ ਹੈਗੀ ਹੈ ਉਹ ਕੰਪਲੇਂਟ ਕਰ ਸਕਦਾ ਹੈਗਾ ਗਵਰਨਮੈਂਟ ਨੂੰ। ਔਰ ਪੰਜਾਬ ਸਰਕਾਰ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਹੜਾ ਹੈਗਾ ਇੱਕ ਪ੍ਰੋਪਰ ਸੈਟਅਪ ਕੀਤਾ ਸਿਸਟਮ ਲੀਗਲ ਏਡ ਦਾ। ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਇੱਕ ਸੈਕਟਰੀ ਹੈ ਨੇ ਜਿਸ ਸੈਸ਼ਨ ਜੱਜ ਲੈਵਲ ਦੇ ਆਫਿਸਰ ਹੁੰਦੇ ਨੇ ਔਰ ਉਹ ਹਾਈ ਕੋਰਟ ਦੇ ਜੱਜ ਸਾਹਿਬ ਦੇ ਤਹਿਤ ਆਉਂਦੇ ਨੇ। ਉਹਨਾਂ ਦੇ ਅੰਡਰ ਜਿਹੜੀਆਂ ਸ਼ਾਖਾਵਾਂ ਹੈਗੀਆਂ ਨੇ ਨੀਚੇ ਤੱਕ ਜਿਹੜਾ ਡਿਸਟ੍ਰਿਕਟ ਲੈਵਲ 'ਤੇ CGM ਲੈਵਲ ਦਾ ਇੱਕ ਜੱਜ ਤਾਇਨਾਤ ਹੈ ਜਿਹੜਾ ਕਿਸੇ ਵੀ ਜਗ੍ਹਾ 'ਤੇ ਕੋਈ ਵੀ ਘਰੇਲੂ ਹਿੰਸਾ ਹੁੰਦੀ ਹੈ ਤਾਂ ਉਹਨਾਂ ਦੇ ਫ਼ੋਨ ਨੰਬਰ ਜਿਹੜੇ ਹੈ ਉਹ ਉੱਥੇ ਕੰਟੈਕਟ ਕਰਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ ਕਿ ਮੇਰੇ ਨਾਲ ਘਰੇਲੂ ਹਿੰਸਾ ਵਾਪਰ ਰਹੀ ਹੈ। ਜਾਂ ਕੋਈ ਤੁਹਾਡਾ ਗੁਆਂਢੀ ਵੀ ਕੰਪਲੇਂਟ ਕਰ ਸਕਦਾ ਹੈਗਾ ਕਿ ਇਸ ਔਰਤ ਨਾਲ ਰੋਜ਼ ਹੀ ਸ਼ਾਮ ਨੂੰ ਜਾਂ ਰੋਜ਼ ਰਾਤ ਨੂੰ ਜਾਂ ਰੋਜ਼ ਸਾਰਾ ਦਿਨ ਦੀ ਮਾਰ ਕੁਟਾਈ ਹੁੰਦੀ ਹੈ ਅਤੇ ਉਹ ਘਰੇਲੂ ਹਿੰਸਾ ਦੇ ਵਾਸਤੇ ਕੰਪਲੇਂਟ ਕਰ ਸਕਦਾ ਹੈਗਾ। ਅਤੇ ਉਹ ਨੰਬਰ ਹੈਗਾ 1968। 1968 ਨੰਬਰ ਜਿਹੜਾ ਹੈਗਾ ਉਹ ਹੈਲਪਲਾਈਨ ਨੰਬਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤਾ ਗਿਆ ਹੈਗਾ। 1968 ਨੰਬਰ 'ਤੇ ਜਦੋਂ ਤੁਸੀਂ ਡਾਇਲ ਕਰੋਗੇ ਤਾਂ ਉਹ ਫਿਰ ਤੁਹਾਨੂੰ ਜਿਸ ਵੀ ਡਿਸਟ੍ਰਿਕਟ 'ਚ ਤੁਸੀਂ ਬੈਠੇ ਹੋ ਜਾਂ ਜਿਸ ਵੀ ਡਿਸਟ੍ਰਿਕਟ 'ਚ ਘਰੇਲੂ ਹਿੰਸਾ ਹੋ ਰਹੀ ਹੈ ਅੱਗੋਂ ਉਸ ਡਿਸਟ੍ਰਿਕਟ ਦਾ ਜਿਹੜਾ ਇੰਚਾਰਜ ਆ ਉਹਨਾਂ ਦਾ ਫ਼ੋਨ ਨੰਬਰ ਦੇ ਦੇਣਗੇ। ਉਸ ਫ਼ੋਨ ਨੰਬਰ 'ਤੇ ਤੁਸੀਂ ਜਦੋਂ ਕੰਪਲੇਂਟ ਕਰੋਗੇ ਤਾਂ CGM ਲੈਵਲ ਦੇ ਆਫਿਸਰ ਜਿਹੜੇ ਨੇ ਜੱਜ ਸਾਹਿਬ ਹੈਗੇ ਨੇ, CGM ਮਤਲਬ ਚੀਫ ਜੁਡੀਸ਼ੀਅਲ ਮੈਜਿਸਟਰੇਟ ਲੈਵਲ ਦੇ ਜਿਹੜੇ ਜੱਜ ਸਾਹਿਬ ਨੇ ਉਹ ਤੁਹਾਡੀ ਕੰਪਲੇਂਟ ਨੂੰ ਸੁਣਨਗੇ। ਸੁਣਨ ਤੋਂ ਬਾਅਦ ਉਹ ਕਾਉਂਸਲਿੰਗ ਵੀ ਕਰ ਸਕਦੇ ਆ, ਸਮਝਾ ਵੀ ਸਕਦੇ ਨੇ ਜਿਹੜੇ ਬੰਦੇ ਮਾਰ ਕੁਟਾਈ ਕਰਦੇ ਨੇ। ਅਗਰ ਉਹ ਸਮਝਣ ਦੇ ਬਾਵਜੂਦ ਵੀ ਉਹ ਨਹੀਂ ਸਮਝਦੇ, ਜਾਰੀ ਰੱਖਦੇ ਨੇ ਮਾਰ ਕੁਟਾਈ, ਅਤੇ ਉਹਨਾਂ ਕੋਲ ਇਹ ਵੀ ਪਾਵਰ ਹੈਗੀ ਹੈ ਕਿ ਉਹ ਉਹਨਾਂ ਨੂੰ ਅਰੈਸਟ ਵੀ ਕਰਵਾ ਸਕਦੇ ਹੈਗੇ ਨੇ। ਸੋ ਬੱਚਿਆਂ ਨੂੰ ਅਤੇ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਦੇ ਲਈ ਡੋਮੈਸਟਿਕ ਵਾਇਲੈਂਸ ਐਕਟ ਪਾਸ ਕੀਤਾ ਗਿਆ ਸੀਗਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਕਈ ਇਹੋ ਜਿਹੇ ਸੈਕਟਰ ਹੈਗੇ ਨੇ ਜਿਹੜੇ ਤਾਂ ਬਹੁਤ ਪੜ੍ਹੇ ਲਿਖੇ ਨੇ, ਉਹ ਤਾਂ ਸ਼ਾਇਦ ਨਹੀਂ ਇਹੋ ਜਿਹੇ ਚੱਕਰਾਂ 'ਚ ਪੈਂਦੇ, ਬਟ ਇੱਕ ਤਬਕਾ ਹੈਗਾ ਜਿਹੜਾ ਔਰਤ ਨੂੰ ਜੁੱਤੀ ਦੀ ਨੋਕ 'ਤੇ ਰੱਖਣਾ ਪਸੰਦ ਕਰਦਾ ਹੈਗਾ ਜਾਂ ਔਰਤ ਨੂੰ ਚਾਹੁੰਦਾ ਹੈਗਾ ਕਿ ਵੀ ਇਹ ਕਿਸੇ ਤਰ੍ਹਾਂ ਵੀ ਕੋਈ ਆਪਣਾ ਅਧਿਕਾਰ ਨਾ ਮੰਗੇ, ਇਸ ਕਰਕੇ ਉਹਦੀ ਮਾਰ ਕੁਟਾਈ ਕਰਦੇ ਨੇ। ਦਾਜ ਕਰਕੇ, ਦਾਜ ਦੀ ਮੰਗ ਕਰਕੇ ਵੀ ਮਾਰ ਕੁਟਾਈ ਹੁੰਦੀ ਹੈ। ਵੈਸੇ ਵੀ ਹੁਣ ਜਿਹੜਾ ਲੇਟੈਸਟ ਡਾਟਾ ਹੈਗਾ ਲੋਕਡਾਊਨ ਟਾਈਮ ਦੇ ਵਿੱਚ, ਕਿਉਂਕਿ ਹਸਬੈਂਡ ਵਾਈਫ ਜ਼ਿਆਦਾ ਟਾਈਮ ਇਕੱਠੇ ਰਹਿ ਰਹੇ ਹੈਗੇ ਨੇ, ਸੋ ਘਰੇਲੂ ਹਿੰਸਾ ਦੇ ਮਾਮਲਿਆਂ ਦੇ ਵਿੱਚ 3 ਗੁਣਾ ਬੜੋਤਰੀ ਜਿਹੜੀ ਹੈ ਉਹ ਹੋਈ ਹੈ। ਕਿਉਂਕਿ ਜ਼ਿਆਦਾ ਟਾਈਮ ਇਕੱਠੇ ਰਹਿਣ ਕਰਕੇ ਫਿਰ ਹੁਣ ਇਹ ਲੜਾਈ ਝਗੜੇ ਦੇ ਬਹੁਤ ਮਸਲੇ ਵੱਧ ਰਹੇ ਨੇ। ਇਸ ਕਰਕੇ ਜਿਹੜਾ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਇੱਕ ਜਿਹੜਾ ਵੀਡੀਓ ਵੀ ਉਹਨਾਂ ਨੇ ਜਾਰੀ ਕੀਤੀ ਹੈਗੀ ਹੈ ਕਿ ਤੁਸੀਂ ਸਾਡੇ ਹੈਲਪਲਾਈਨ ਨੰਬਰ 1968 ਦੇ ਉੱਤੇ ਜਿਹੜਾ ਹੈਗਾ ਕੰਪਲੇਂਟ ਕਰਕੇ ਔਰ ਆਪਣਾ ਬਚਾਓ ਕਰ ਸਕਦੇ ਹੈਗੇ ਹੋ। ਮੈਡਮ ਜੀ, ਤੁਹਾਡੇ ਕੋਲ ਇਸ ਸਮੇਂ ਅਜੋਕੇ ਸਮੇਂ 'ਚ ਕੋਈ ਘਰੇਲੂ ਕੇਸ ਆਇਆ? ਬਹੁਤ ਸਾਰੇ ਘਰੇਲੂ ਕੇਸ ਆਉਂਦੇ ਨੇ ਜੀ, ਔਰ ਘਰੇਲੂ ਹਿੰਸਾ ਤੋਂ ਵੱਧਦੇ ਹੀ ਕਤਲ ਕੇਸ ਤੱਕ ਵੀ ਬਣ ਜਾਂਦੇ ਹੈਗੇ ਨੇ। ਕਈ ਵਾਰੀ ਕੁਝ ਔਰਤਾਂ ਦੀ ਮੌਤ ਵੀ ਹੋ ਜਾਂਦੀ ਹੈ ਜਾਂ ਘਰੇਲੂ ਹਿੰਸਾ ਦੇ ਵਿੱਚ ਕਈ ਵਾਰੀ ਮਤਲਬ ਬੱਚਿਆਂ ਦੀ ਵੀ ਮੌਤ ਹੋ ਜਾਂਦੀ ਹੈ, ਕੁਝ ਮਰਦਾਂ ਦੀ ਵੀ ਮੌਤ ਹੋ ਜਾਂਦੀ ਹੈ। ਸੋ ਘਰੇਲੂ ਹਿੰਸਾ ਇੱਕ ਅਜਿਹੀ ਚੀਜ਼ ਹੈਗੀ ਹੈ ਜਿਹਨੂੰ ਬਹੁਤ ਅਵੋਇਡ ਕਰਨਾ ਚਾਹੀਦਾ ਹੈਗਾ ਕਿਉਂਕਿ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਹਰ ਕ੍ਰਾਈਮ ਦੀ। ਮੈਡਮ ਜੀ, ਅਜੋਕੇ ਦਿਨਾਂ 'ਚ ਲਾਕਡਾਊਨ ਦੌਰਾਨ ਅੱਜ ਬੀਵੀ ਜਾਂ ਪਰਿਵਾਰਕ ਸਾਰੇ ਮੈਂਬਰ ਘਰੇ ਰਹਿੰਦੇ ਨੇ, ਇਸ ਵੇਲੇ ਵੀ ਤੁਹਾਡੇ ਕੋਲ ਕੋਈ ਇਹੋ ਜਿਹਾ ਘਰੇਲੂ ਹਿੰਸਾ ਦਾ ਕੇਸ ਕੋਈ ਆਇਆ? ਰੀਸੈਂਟਲੀ ਕੱਲ੍ਹ ਹੀ ਮੈਨੂੰ ਇੱਕ ਫ਼ੋਨ ਆਇਆ ਸੀਗਾ। ਇੱਕ ਲੜਕਾ ਬੋਲ ਰਿਹਾ ਸੀ, ਰਾਹੁਲ ਕੁਮਾਰ, ਇੱਥੇ ਅੰਮ੍ਰਿਤਸਰ ਤੋਂ ਹੀ, ਔਰ ਉਹਦੀ ਸਿਸਟਰ ਨੂੰ ਮਾਰ ਕੁੱਟ ਕੇ ਜਿਹੜਾ ਘਰੋਂ ਕੱਢ ਦਿੱਤਾ ਗਿਆ ਸੀਗਾ। ਅਤੇ ਉਹ ਮੈਨੂੰ ਕਹਿ ਰਹੇ ਸੀਗਾ ਕਿ ਤੁਸੀਂ ਕੋਈ ਦੱਸੋ ਕਿ ਅਸੀਂ ਲੋਕਡਾਊਨ ਦੇ ਟਾਈਮ ਦੇ ਵਿੱਚ ਕੀ ਹੈਲਪ ਕਰ ਸਕਦੇ ਹਾਂ। ਬਟ ਕਿਉਂਕਿ ਕਰੋਨਾ ਵਾਇਰਸ ਕਰਕੇ ਸਾਡੀਆਂ ਕੋਰਟਸ ਵੀ ਇਸ ਵੇਲੇ ਸਿਰਫ ਅਰਜੈਂਟ ਮੈਟਰਸ ਹੀ ਡੀਲ ਕਰ ਰਹੀਆਂ ਨੇ ਔਰ ਬੇਲ ਮੈਟਰਸ ਹੀ ਸਿਰਫ ਚੱਲ ਰਹੇ ਹੈਗੇ ਨੇ। ਸੋ ਮੈਂ ਉਹਨੂੰ ਐਡਵਾਈਸ ਕੀਤਾ ਕਿ ਤੂੰ 1968 ਨੰਬਰ ਦੇ ਉੱਤੇ ਕਾਲ ਕਰਕੇ ਅਤੇ ਤੁਸੀਂ ਉੱਥੋਂ ਹੈਲਪ ਲੈ ਸਕਦੇ ਹੈਗੇ ਹੋ। ਔਰ ਇਸ ਵੇਲੇ ਘਰੇਲੂ ਹਿੰਸਾ ਬਹੁਤ ਵੱਧ ਗਈ ਹੈ ਔਰ
1968 ਦੇ ਉੱਤੇ ਬਹੁਤ ਜ਼ਿਆਦਾ ਹੈਲਪ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸਾਡੇ ਜਿਹੜੇ ਸੈਕਟਰੀ ਹੈਗੇ ਨੇ ਲੀਗਲ ਸਰਵਿਸ ਅਥਾਰਟੀ ਦੇ ਮੈਡਮ ਰੁਪਿੰਦਰਜੀਤ ਚਾਹਲ, ਉਹਨਾਂ ਵੱਲੋਂ ਬਹੁਤ ਐਫਰਟਸ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਕਿ ਕਿਸੇ ਤਰ੍ਹਾਂ ਵੀ ਪੰਜਾਬ ਦੇ ਵਿੱਚ ਕਿਸੇ ਵੀ ਔਰਤ ਕਿਸੇ ਵੀ ਬੱਚੇ ਨਾਲ ਅਗਰ ਘਰੇਲੂ ਹਿੰਸਾ ਹੋ ਰਹੀ ਹੈਗੀ ਹੈ ਤਾਂ ਉਸ ਨੂੰ ਰੋਕਿਆ ਜਾਵੇ। ਔਰ 1968 ਨੰਬਰ ਜਗ੍ਹਾ ਜਗ੍ਹਾ ਤੇ ਵਾਇਰਲ ਹੋ ਰਿਹਾ ਹੈਗਾ। ਮੈਂ ਵੀ ਇਸ ਇੰਟਰਵਿਊ ਰਾਹੀਂ ਤੁਹਾਨੂੰ ਦੱਸ ਰਹੀ ਹੈਗੀ ਹਾਂ ਕਿ 1968 ਦੇ ਰਾਹੀਂ ਤੁਸੀਂ ਕਿਤੇ ਵੀ ਕੰਪਲੇਂਟ ਕਰ ਸਕਦੇ ਹੋ ਕਿ ਸਾਡੇ ਨਾਲ ਹਿੰਸਾ ਹੋ ਰਹੀ ਹੈ ਜਾਂ ਸਾਡੇ ਬੱਚੇ ਨਾਲ ਹਿੰਸਾ ਹੋ ਰਹੀ ਹੈ ਜਾਂ ਸਾਡੇ ਨੇਬਰ ਔਰਤ ਦੇ ਨਾਲ ਹਿੰਸਾ ਹੋ ਰਹੀ ਹੈ। ਕੋਈ ਵੀ ਬੰਦਾ ਇਸ ਚੀਜ਼ ਉੱਤੇ ਕੰਪਲੇਂਟ ਕਰ ਸਕਦਾ ਹੈਗਾ ਔਰ ਪੁਲਿਸ ਆ ਕੇ ਜੱਜ ਸਾਹਿਬ ਆ ਕੇ ਇੰਟਰਵੀਨ ਕਰਨਗੇ। ਮੈਡਮ ਜੀ, ਤੁਸੀਂ ਕਾਫੀ ਸਮੇਂ ਤੋਂ ਵਕਾਲਤ ਕਰ ਰਹੇ ਹੋ, ਕੋਈ ਯਾਦਗਾਰੀ ਕੇਸ ਤੁਹਾਡੇ ਕੋਲ ਇਸ ਵੇਲੇ ਤੱਕ ਜਿਹੜਾ ਤੁਹਾਨੂੰ ਯਾਦ ਹੋਵੇ, ਕੋਈ ਆਇਆ? ਮੈਨੂੰ ਤਕਰੀਬਨ 25-30 ਸਾਲ ਹੋ ਗਏ ਨੇ ਵਕਾਲਤ ਕਰਦੇ ਆ ਔਰ ਹੁਣ ਤੱਕ ਬਹੁਤ ਸਾਰੇ ਕੇਸਿਸ ਜਿਹੜੇ ਆ ਅਸੀਂ ਕਰ ਚੁੱਕੇ ਹਾਂ। ਮੈਂ ਕਿਉਂਕਿ ਮੇਨਲੀ ਕ੍ਰਿਮੀਨਲ ਐਂਡ ਮੈਟਰੀਮੋਨੀਅਲ ਕੇਸਿਸ ਕਰਦੀ ਹੈਗੀ ਹਾਂ, ਸੋ ਬਹੁਤ ਸਾਰੇ ਕੇਸਿਸ ਤਾਂ ਸਾਰੇ ਯਾਦਗਾਰੀ ਹੁੰਦੇ ਨੇ, ਪਰ ਇੱਕ ਦੋ ਇਹੋ ਜਿਹੇ ਹੈਗੇ ਨੇ ਜਿਸ ਤਰ੍ਹਾਂ ਹੁਣ ਰੀਸੈਂਟਲੀ ਪਾਕਿਸਤਾਨ ਦੀ ਇੱਕ ਛੋਟੀ ਜਿਹੀ ਬੱਚੀ ਜਿਹਦਾ ਜਨਮ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਹੀ ਹੋਇਆ ਸੀਗਾ ਔਰ ਉਹਦਾ ਨਾਮ ਹਿਨਾ। ਉਹਦੀ ਮਦਰ ਜਦੋਂ ਵਾਹਗਾ ਬਾਰਡਰ 'ਤੇ ਆਈ ਤਾਂ ਉਹ ਪ੍ਰੈਗਨੈਂਟ ਸੀਗੀ। ਕੁਝ ਨਾਰਕੋਟਿਕਸ ਵਗੈਰਾ ਉਹਦੇ ਕੋਲ ਪਕੜੇ ਗਏ ਜਾਂ ਨਹੀਂ ਪਕੜੇ ਗਏ, ਪਰ ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਗਈ ਔਰ ਉਸ ਲੇਡੀ ਨੇ ਜੇਲ੍ਹ ਦੇ ਵਿੱਚ ਹੀ ਉਹ ਬੱਚੀ ਜਿਹੜੀ ਹਿਨਾ ਉਹਨੂੰ ਜਨਮ ਦਿੱਤਾ। ਔਰ ਕਿਉਂਕਿ ਸਾਡੀਆਂ ਜੇਲ੍ਹਾਂ ਨੂੰ ਜਿਹੜਾ ਸੁਧਾਰ ਘਰ ਕਿਹਾ ਜਾਂਦਾ ਹੈਗਾ, ਸੋ ਸਾਡੇ ਜੇਲ੍ਹ ਦੇ ਵਿੱਚ ਜਿਹੜਾ ਐਟਮੋਸਫੇਅਰ ਹੈ ਉਹ ਬਹੁਤ ਅੱਛਾ ਹੈਗਾ ਔਰ ਜੇਲ੍ਹ ਅਥਾਰਟੀਜ਼ ਨੇ ਹੀ ਜਿਹੜਾ ਹੈਗਾ ਉਹਦਾ ਨਾਮ ਹਿਨਾ ਰੱਖਿਆ। 10 ਸਾਲ ਉਹ ਬੱਚੀ ਇੱਥੇ ਇੰਡੀਅਨ ਜੇਲ੍ਹ ਦੇ ਵਿੱਚ ਰਹੀ ਔਰ ਉਹਨੂੰ 5ਵੀਂ ਤੱਕ ਪੜ੍ਹਾਇਆ ਵੀ ਹੈਗਾ ਸਾਡੀਆਂ ਜੇਲ੍ਹ ਅਥਾਰਟੀਜ਼ ਨੇ। ਸਕੂਲ ਤੋਂ ਸਪੈਸ਼ਲ ਇੱਕ ਵੈਨ ਜਿਹੜੀ ਹੈ, ਮਤਲਬ ਜੇਲ੍ਹ ਤੋਂ ਇੱਕ ਸਪੈਸ਼ਲ ਇੱਕ ਵੈਨ ਸਕੂਲ ਤੱਕ ਜਾਂਦੀ ਹੁੰਦੀ ਸੀਗੀ ਔਰ 5ਵੀਂ ਤੱਕ ਉਹ ਇੱਥੇ ਪੜ੍ਹੀ ਵੀ ਹੈਗੀ ਹੈ। ਉਹਨੂੰ ਬਹੁਤ ਪਿਆਰ ਮਿਲਿਆ ਔਰ ਪਰ ਜਦੋਂ 2016-17 ਦੇ ਵਿੱਚ ਉਹਨਾਂ ਦੀ ਸਜ਼ਾ ਖਤਮ ਹੋ ਗਈ ਤਾਂ ਉਹਨਾਂ ਨੂੰ 4 ਲੱਖ ਰੁਪਏ ਜੁਰਮਾਨਾ ਪਿਆ ਸੀਗਾ ਉਸ ਲੇਡੀ ਨੂੰ, ਮਤਲਬ ਹਿਨਾ ਦੀ ਮਦਰ ਅਤੇ ਹਿਨਾ ਦੀ ਮਾਸੀ ਨੂੰ, ਜਿਹੜਾ ਉਹ ਪੇ ਨਹੀਂ ਸੀ ਕਰ ਸਕਦੇ ਕਿਉਂਕਿ ਅੰਦਰ ਜੇਲ੍ਹ ਦੇ ਵਿੱਚ ਐਸਟੀਡੀ ਨਹੀਂ ਹੈਗੀ। ਸੋ ਮੈਨੂੰ ਉਹਨਾਂ ਨੇ ਬਾਰ-ਬਾਰ ਕਹਿਣਾ ਕਿ ਤੁਸੀਂ ਪਾਕਿਸਤਾਨ ਫ਼ੋਨ ਕਰਕੇ ਸਾਡੇ ਜਿਹੜੇ ਪੇਰੈਂਟਸ ਹੈਗੇ ਉਹਨਾਂ ਨੂੰ ਕਹੋ ਕਿ 4 ਲੱਖ ਜੁਰਮਾਨਾ ਭਰ ਦੇਣ। ਸੋ ਮੈਂ ਉੱਥੇ ਕਾਲ ਕੀਤੀ ਤਾਂ ਉਹ ਕਹਿੰਦੇ ਕਿ ਸਾਡੇ ਤਾਂ ਮਤਲਬ ਹੋਰ ਵੀ ਬੱਚੇ ਹੈਗੇ ਨੇ, ਸਾਡੇ ਖਰਚੇ ਬਹੁਤ ਹੈ, ਅਸੀਂ ਨਹੀਂ ਭਰ ਸਕਾਂਗੇ। ਸੋ ਮੈਂ ਜਦੋਂ ਜਾ ਕੇ ਦੱਸਿਆ ਬੱਚੀ ਨੂੰ ਕਿ ਵੀ ਨਹੀਂ ਇਹ ਪੋਸੀਬਲ ਨਹੀਂ ਹੈਗਾ, ਉਹਨਾਂ ਨੇ ਨਾ ਕਰ ਦਿੱਤੀ ਹੈ, ਤਾਂ ਅਨਜਾਨ ਸਾਹਿਬ ਉਹ ਸੱਚੀ ਮੁੱਚੀ ਉਹ ਬੱਚੀ ਲਿਟਰਲੀ ਮੇਰੇ ਗੱਲ ਲੱਗ ਕੇ ਰੋਣ ਲੱਗ ਪਈ। ਅਤੇ ਉਹ ਮਤਲਬ ਪਿਆਰ ਨਾਲ ਮੈਨੂੰ ਮਾਸੀ ਕਹਿੰਦੀ ਹੈ ਕਿਉਂਕਿ ਮੇਰੀ ਇੱਕ ਸੰਸਥਾ ਹੈਗੀ ਹੈ ਸਵੈਗ। ਉਸ ਸੰਸਥਾ ਦੇ ਤਹਿਤ ਸਵੈਗ ਦਾ ਮਤਲਬ ਹੈ ਸੁਸਾਇਟੀ ਫਾਰ ਵੂਮਨ ਇੰਪਾਵਰਮੈਂਟ ਐਂਡ ਗ੍ਰੀਨ ਕਾਜ਼। ਅਸੀਂ ਔਰਤਾਂ ਦੀ ਮਦਦ ਕਰਦੇ ਰਹਿੰਦੇ ਹੈਗੇ ਹਾਂ। ਸੋ ਜੇਲ੍ਹ ਦੇ ਵਿੱਚ ਵੀ ਜਿਹੜੀਆਂ ਕਈ ਔਰਤਾਂ ਨੇ ਜਿਨ੍ਹਾਂ ਦੇ ਪਿੱਛੇ ਆਉਣ ਵਾਲਾ ਕੋਈ ਨਹੀਂ ਹੈਗਾ, ਉਹਨਾਂ ਦੀ ਵੀ ਅਸੀਂ ਮਦਦ ਕਰਦੇ ਰਹਿੰਦੇ ਹੈਗੇ ਹਾਂ। ਸੋ ਮੈਂ ਇਹਨਾਂ ਨੂੰ ਪਹਿਲਾਂ ਵੀ ਮਿਲਦੀ ਰਹੀ ਹਾਂ, ਕੁਛ ਨਾ ਕੁਛ ਸਮਾਨ ਜੋ ਵੀ ਚਾਹੀਦਾ ਹੁੰਦਾ ਸੀ ਅਸੀਂ ਪ੍ਰੋਵਾਈਡ ਕਰਦੇ ਰਹਿੰਦੇ ਸੀਗੇ। ਸੋ ਬੱਚੀ ਲਿਟਰਲੀ ਮੇਰੇ ਗੱਲ ਲੱਗ ਕੇ ਰੋਣ ਲੱਗ ਪਈ ਅਤੇ ਕਹਿੰਦੀ ਮਾਸੀ ਹੁਣ ਅਸੀਂ ਇਹਦਾ ਮਤਲਬ ਆਪਣੇ ਵਤਨ ਕਦੀ ਵਾਪਸ ਹੀ ਨਹੀਂ ਜਾ ਸਕਾਂਗੇ। ਸੋ ਮੈਨੂੰ ਵੀ ਫੀਲ ਹੋਇਆ ਕਿ ਬੱਚੀ ਮਤਲਬ ਕਿੰਨਾ ਦਮ ਘੁੱਟਦਾ ਕਿ ਉਹਦਾ ਜਨਮ ਹੀ ਜੇਲ੍ਹ ਦੇ ਵਿੱਚ ਹੋਇਆ ਹੋਵੇ ਅਤੇ ਉਹਨੂੰ ਪਤਾ ਹੀ ਨਹੀਂ ਹੈ ਕਿ ਬਾਹਰ ਦੀ ਖੁੱਲ੍ਹੀ ਫਿਜ਼ਾ ਕੀ ਹੁੰਦੀ ਹੈ। ਸੋ ਇਨਸਾਨੀਅਤ ਦੇ ਨਾਤੇ ਫਿਰ ਮੈਂ ਪਰਸਨਲ ਐਫਰਟਸ ਕਰਕੇ ਔਰ ਸਾਡੇ ਫਰੈਂਡ ਹੈਗੇ ਨੇ ਨਵਤੇਜ ਗੁੱਗੂ, ਸਭ ਦਾ ਭਲਾ ਸੁਸਾਇਟੀ ਉਹਨਾਂ ਦੀ ਬਟਾਲੇ ਦੇ ਵਿੱਚ, ਮੈਂ ਨਵਤੇਜ ਨੂੰ ਕਿਹਾ, ਮੈਂ ਕਿਹਾ ਨਵਤੇਜ ਇਸ ਤਰ੍ਹਾਂ 4 ਲੱਖ ਜੁਰਮਾਨਾ ਭਰਨਾ ਹੈਗਾ, ਸੋ ਤੁਸੀਂ ਭਰੋਗੇ, ਸਾਡੀ ਹੈਲਪ ਕਰੋਗੇ? ਤਾਂ ਨਵਤੇਜ ਹੈਪੀਲੀ ਰੈਡੀ ਹੋ ਗਿਆ ਅਤੇ ਫਿਰ ਅਸੀਂ 4 ਲੱਖ ਰੁਪਏ ਜੁਰਮਾਨਾ ਭਰ ਦਿੱਤਾ ਔਰ 4 ਲੱਖ ਜੁਰਮਾਨਾ ਭਰਨ ਤੋਂ ਬਾਅਦ ਮੀਡੀਆ ਨੇ ਸਾਨੂੰ ਕਵਰ ਕਰ ਲਿਆ। ਕਹਿੰਦੇ ਜੀ ਕਿੰਨੀ ਦੇਰ 'ਚ ਚਲੀ ਜਾਏਗੀ ਵਾਪਸ? ਤਾਂ ਅਸੀਂ ਵੀ ਕਹਿਤਾ ਕਿ ਵਿਦਿਨ 1 ਮੰਥ ਚਲੀ ਜਾਏਗੀ। ਕੈਨ ਯੂ ਇਮੈਜਿਨ ਕਿ ਐਸਟੋਨਿਸ਼ਿੰਗਲੀ ਮਤਲਬ ਸਾਨੂੰ 9-10 ਮਹੀਨੇ ਲੱਗ ਗਏ। ਹਰ ਆਫਿਸ 9 ਅਲੱਗ-ਅਲੱਗ ਆਫਿਸਿਸ 'ਚੋਂ ਫਾਈਲ ਕਲੀਅਰ ਕਰਾਉਣੀ ਸੀਗੀ ਔਰ ਮੈਂ ਹਰ ਜਗ੍ਹਾ ਉਹਨਾਂ ਆਫਿਸਿਸ ਦੇ ਵਿੱਚ ਪਰਸਨਲੀ ਇੰਟਰਵਿਊਨ ਕਰਕੇ, ਫ਼ੋਨ ਕਰਕੇ, ਰਿਕੁਐਸਟ ਕਰਕੇ ਉਹ ਫਾਈਲ, ਦੱਬੀ ਹੋਈ ਫਾਈਲ ਨੂੰ ਕਢਾ ਕੇ ਉੱਪਰ ਲਿਆ ਕੇ ਉਹਨੂੰ ਪਾਸ ਕਰਾ ਕੇ ਫਿਰ ਅਗਲੇ ਆਫਿਸ ਭੇਜਣਾ, ਇਸ ਤਰ੍ਹਾਂ ਭੇਜਣਾ। ਔਰ ਮੈਨੂੰ ਹਰ ਜਗ੍ਹਾ ਤੋਂ ਮਤਲਬ ਕੋਆਪਰੇਸ਼ਨ ਨਹੀਂ ਮਿਲੀ। ਮੈਨੂੰ ਬੜੀ ਰਿਟੈਲੀਏਸ਼ਨ ਵੀ ਫੇਸ ਕਰਨੀ ਪਈ ਕਿ ਤੁਸੀਂ ਪਾਕਿਸਤਾਨੀਆਂ ਦੀ ਕਿਉਂ ਮਦਦ ਕਰ ਰਹੇ ਹੈਗੇ ਹੋ। ਅਤੇ ਮੈਂ ਕਿਹਾ ਕਿ ਮੈਂ ਤਾਂ ਇਨਸਾਨੀਅਤ ਦੇ ਨਾਤੇ ਇੱਕ ਛੋਟੀ ਬੱਚੀ ਦੀ ਹੈਲਪ ਕਰਨ ਦੀ ਖਾਤਰ ਮਦਦ ਕਰ ਰਹੀ ਹੈਗੀ ਹਾਂ ਕਿ ਉਹਨੇ ਕਦੀ ਜ਼ਿੰਦਗੀ 'ਚ ਖੁੱਲ੍ਹੀ ਹਵਾ, ਤਾਜ਼ੀ ਹਵਾ ਦੇਖੀ ਨਹੀਂ, ਉਹਨੂੰ ਪਤਾ ਹੀ ਨਹੀਂ ਹੈਗਾ ਕਿ ਬਾਹਰ ਕੀ ਹੁੰਦਾ ਹੈਗਾ। ਸੋ ਉਸ ਬੱਚੀ ਦੀ ਖਾਤਰ ਫਿਰ 4 ਲੱਖ ਜੁਰਮਾਨਾ ਅਸੀਂ ਭਰਿਆ ਅਤੇ 9 ਮੰਥਸ ਬੀਤ ਗਏ ਅਤੇ ਈਦ ਆ ਗਈ। ਈਦ ਵਾਲੇ ਦਿਨ ਵੀ ਜਿਹੜਾ ਉਹ ਨਹੀਂ ਜਾ ਸਕੇ ਅਤੇ ਮੈਨੂੰ ਉਹਦਾ ਫਿਰ ਸ਼ਾਮ ਨੂੰ ਫ਼ੋਨ ਆਇਆ ਕਿ ਮਾਸੀ ਅੱਜ ਅਸੀਂ ਈਦ ਵਾਲੇ ਦਿਨ ਵੀ ਨਹੀਂ ਜਾ ਸਕੇ। ਸੋ ਮੈਨੂੰ ਵੀ ਬੜੀ ਮਤਲਬ ਲਿਟਰਲੀ ਉਹ 9 ਮੰਥਸ ਮੇਰੇ ਲਈ ਬੜੀ ਟੈਨਸ਼ਨ ਦੇ ਸੀਗੇ।
ਤਾਂ ਮੈਂ ਸ਼ਾਮ ਨੂੰ ਬੈਠ ਕੇ ਸ਼੍ਰੀ ਨਰਿੰਦਰ ਮੋਦੀ ਜੀ ਆਪਣੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਇੱਕ ਲੈਟਰ ਲਿਖੀ ਆਪਣੇ ਲੈਟਰ ਪੈਡ ਦੇ ਉੱਤੇ ਕਿ ਕਾਈਂਡਲੀ ਤੁਸੀਂ ਪਰਸਨਲੀ ਇੰਟਰਵੀਨ ਕਰੋ ਕਿ ਇੱਕ ਛੋਟੀ ਬੱਚੀ ਤੁਹਾਡੀ ਹੈਲਪ ਸੀਕ ਕਰ ਰਹੀ ਹੈਗੀ ਹੈ। ਸੋ ਬੜੀ ਹੈਰਾਨੀ ਔਰ ਖੁਸ਼ੀ ਦੀ ਗੱਲ ਹੈ ਕਿ ਵਿਦਿਨ 2-3 ਡੇਜ਼ ਮੈਨੂੰ ਰਿਸਪੌਂਸ ਆ ਗਿਆ ਪ੍ਰਾਈਮ ਮਿਨਿਸਟਰ ਆਫਿਸ ਤੋਂ ਕਿ ਅਸੀਂ ਜਿਹੜਾ ਹੈਗਾ ਇਹਨੂੰ 18 ਨਵੰਬਰ ਨੂੰ ਰੀਪੈਟ੍ਰੀਏਸ਼ਨ ਜਿਹੜੀ ਹੈ ਕਰ ਰਹੇ ਹੈਗੇ 2 ਨਵੰਬਰ 2018 ਨੂੰ ਰੀਪੈਟ੍ਰੀਏਸ਼ਨ ਮਤਲਬ ਕਿ ਪਾਕਿਸਤਾਨ ਉਹਨੂੰ ਵਾਪਸ ਭੇਜ ਰਹੇ ਹਾਂ। ਸੋ 2 ਨਵੰਬਰ 2018 ਦਾ ਦਿਨ ਉਹ ਬਹੁਤ ਵਧੀਆ ਦਿਨ ਸੀਗਾ। ਫਿਰ ਨਵਤੇਜ ਗੁੱਗੂ ਵੀ ਆਏ ਔਰ ਬਹੁਤ ਸੋਹਣੀ ਇੱਕ ਗੋਲਡ ਦੀ ਚੇਨ ਔਰ ਇੱਕ ਪੈਂਡੈਂਟ ਇਹੋ ਜਿਹਾ ਸੀਗਾ ਜਿਹਦੇ ਵਿੱਚ ਇੱਕ ਪਾਸੇ ਹਿੰਦੁਸਤਾਨ ਦਾ ਝੰਡਾ ਇੱਕ ਪਾਸੇ ਪਾਕਿਸਤਾਨ ਦਾ ਝੰਡਾ ਸੀਗਾ। ਉਹ ਇੱਕ ਦੋਸਤੀ ਦਾ ਸੰਦੇਸ਼ ਸੀਗਾ ਕਿ ਅਸੀਂ ਤੁਹਾਡੇ ਬੱਚੇ ਸਾਂਭ ਕੇ ਇੱਧਰ ਰੱਖ ਰਹੇ ਹੈਗੇ ਆ, ਪਿਆਰ ਦੇ ਰਹੇ ਹੈਗੇ ਆ, ਸਾਡਾ ਵੀ ਅਗਰ ਉੱਧਰ ਕੋਈ ਬੱਚਾ ਹੈਗਾ ਤੇ ਉਹਨੂੰ ਸਾਂਭਿਓ ਤੁਸੀਂ। ਤੇ ਇਸ ਕਰਕੇ ਇਹੋ ਜਿਹਾ ਸੰਦੇਸ਼ ਦੇ ਕੇ ਅਸੀਂ ਜਦੋਂ 2 ਨਵੰਬਰ 2018 ਨੂੰ ਉਸ ਬੱਚੀ ਨੂੰ ਪਾਕਿਸਤਾਨ ਭੇਜਿਆ। ਸੋ ਇਹੋ ਜਿਹਾ ਇੱਕ ਮੇਰਾ ਯਾਦਗਾਰੀ ਕੇਸ ਹੈ। ਔਰ ਰੀਸੈਂਟਲੀ ਇੱਕ ਹੋਰ ਵੀ ਫੋਟੋ ਮੈਂ ਤੁਹਾਨੂੰ ਹੁਣ ਦੇ ਦਿੰਦੀ ਹੈ। ਇੱਕ ਹੋਰ ਬੱਚਾ ਜਿਹੜਾ ਗੂੰਗਾ ਬੋਲਾ ਹੈ ਪਾਕਿਸਤਾਨੀ ਹੈ ਔਰ ਘਰਿੰਡਾ ਪੁਲਿਸ ਸਟੇਸ਼ਨ ਦੇ ਵਿੱਚ FIR 2014 'ਚ ਦਰਜ ਹੋਈ ਹੈ ਪਾਸਪੋਰਟ ਐਕਟ ਦੇ ਅੰਡਰ ਐਂਡ ਫੋਰਨਰਸ ਐਕਟ ਦੇ ਅੰਡਰ। ਉਹ ਬੱਚਾ ਇਸ ਵੇਲੇ ਗੁਰਦਾਸਪੁਰ ਜੁਵੇਨਾਈਲ ਕੋਰਟ ਦੇ ਵਿੱਚ ਉਹਦੇ 'ਤੇ ਕੇਸ ਚੱਲ ਰਿਹਾ ਹੈਗਾ ਕਿਉਂਕਿ ਉਹ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ। ਸੋ ਸਟੇਟ ਵਰਸਸ ਅਨਨੋਨ ਸਨ ਆਫ ਅਨਨੋਨ, ਸਟੇਟ ਵਰਸਸ ਅਣਜਾਣ ਸਨ ਆਫ ਅਣਜਾਣ ਕਰਕੇ ਕੇਸ ਉੱਤੇ ਚੱਲ ਰਿਹਾ ਹੈਗਾ। ਔਰ ਉਹ ਬੱਚਾ ਜਿਹੜਾ ਹੈਗਾ ਸਿਰਫ ਇੰਨਾ ਪਹਿਚਾਣਦਾ ਕਿ ਇਹ ਮੇਰਾ ਝੰਡਾ ਜਿਹੜਾ ਪਾਕਿਸਤਾਨ ਦਾ ਹੈਗਾ। ਸੋ ਇਸ ਵੇਲੇ ਉਹ ਜੁਵੇਨਾਈਲ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈਗਾ ਔਰ ਜੁਵੇਨਾਈਲ ਹੋਮ ਦੇ ਵਿੱਚੋਂ ਹੈਗਾ। ਸੋ ਅਸੀਂ ਉਹ ਵੀਡੀਓ ਔਰ ਉਹ ਫੋਟੋਗ੍ਰਾਫ ਵਾਇਰਲ ਕਰ ਰਹੇ ਹੈਗੇ ਆ ਕਿ ਪਾਕਿਸਤਾਨ 'ਚ ਬੈਠੇ ਲੋਕ ਆਪਣਾ ਉਸ ਬੱਚੇ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਕਿ ਕਿਸੇ ਦਾ ਬੱਚਾ ਸੰਨ 2014 ਦੇ ਵਿੱਚ ਕਿਤੇ ਟੱਪ ਕੇ ਇੱਧਰ ਆ ਤਾਂ ਨਹੀਂ ਗਿਆ, ਕਿਉਂਕਿ ਉਹਦੀ ਨੈਸ਼ਨੈਲਿਟੀ ਅਸੈਸ ਨਹੀਂ ਹੋ ਰਹੀ। ਅਗਰ ਅਸੀਂ ਉਹਨੂੰ ਬੇਲ ਆਊਟ ਵੀ ਕਰਾ ਲੈਂਦੇ ਤਾਂ ਫਿਰ ਉਹ ਜਾਏਗਾ ਕਿੱਥੇ। ਸੋ ਇਸ ਕਰਕੇ ਗਵਰਨਮੈਂਟ ਦੇ ਲਈ ਵੀ ਇੱਕ ਮੁਸ਼ਕਿਲ ਬਣੀ ਹੋਈ ਹੈ ਔਰ ਅਸੀਂ ਵੀ ਜਿਹੜੀ ਹੈਗੇ ਆ ਥਰੂ ਮੀਡੀਆ ਇਹ ਰਿਕੁਐਸਟ ਕਰ ਰਹੇ ਹੈਗੇ ਆ ਕਿ ਇਸ ਫੋਟੋ ਨੂੰ ਪਹਿਚਾਨੋ ਔਰ ਦੇਖੋ ਕਿ ਇਹ ਬੱਚਾ ਪਾਕਿਸਤਾਨ 'ਚ ਕਿਸ ਦਾ ਹੈਗਾ ਤਾਂ ਕਿ ਉਹ ਆਪਣੇ ਅੰਬੈਸੀ ਦੇ ਥਰੂ ਜਿਹੜਾ ਹੈਗਾ ਉਹਦੀ ਨੈਸ਼ਨੈਲਿਟੀ ਅਸੈਸ ਕਰਾਉਣ, ਜਿਸ ਤਰ੍ਹਾਂ ਅਸੀਂ ਹਿਨਾ ਦੀ ਨੈਸ਼ਨੈਲਿਟੀ ਅਸੈਸ ਕਰਾਈ ਸੀ। ਕਿਉਂਕਿ ਹਿਨਾ ਵਾਰੀ ਵੀ ਇਹ ਡਿਸਪਿਊਟ ਆ ਗਿਆ ਸੀਗਾ ਕਿ ਹਿਨਾ ਦਾ ਜਨਮ ਤਾਂ ਹਿੰਦੁਸਤਾਨ 'ਚ ਹੋਇਆ ਤਾਂ ਕਿ ਹੁਣ ਉਹ ਹਿੰਦੁਸਤਾਨੀ ਹੈ ਕਿ ਪਾਕਿਸਤਾਨੀ ਹੈ। ਸੋ ਕਿਉਂਕਿ ਉਹਦੇ ਫਾਦਰ ਪਾਕਿਸਤਾਨੀ ਸੀਗੇ ਇਸ ਕਰਕੇ ਉਹਦੀ ਨੈਸ਼ਨੈਲਿਟੀ ਫਿਰ ਅਸੈਸ ਕਰਾਈ ਕਿ ਉਹ ਪਾਕਿਸਤਾਨੀ ਹੈ ਤਾਂ ਹੀ ਉਹਦਾ ਜਿਹੜਾ ਟੈਂਪਰੇਰੀ ਪਾਸਪੋਰਟ ਬਣ ਕੇ ਉਹ ਵਾਪਸ ਜਾ ਸਕੀ। ਸੋ ਸੇਮ ਇਸ ਬੱਚੇ ਦੇ ਨਾਲ ਵੀ ਜਿਹੜਾ ਹੈਗਾ ਕਿ ਉਹਦੀ ਵੀ ਨੈਸ਼ਨੈਲਿਟੀ ਅਸੈਸ ਅਗਰ ਹੋ ਜਾਂਦੀ ਹੈ ਕਿ ਉਹ ਪਾਕਿਸਤਾਨੀ ਹੈ ਤੇ ਫਿਰ ਅਸੀਂ ਉਹਨੂੰ ਬੜੇ ਪਿਆਰ ਨਾਲ ਪਾਕਿਸਤਾਨ ਭੇਜ ਦੇਵਾਂਗੇ। ਸੋ ਇਹੋ ਜਿਹੇ ਕੁਝ ਕੇਸਿਸ ਨੇ। ਬਾਕੀ ਕਿਉਂਕਿ ਬਿੰਗ ਏ ਲਾਇਰ ਮਰਡਰ ਕੇਸਿਸ ਬਹੁਤ ਸਾਰੇ ਮੇਰੇ ਕੋਲ ਚੱਲਦੇ ਹੈਗੇ ਨੇ, ਮੈਟਰੀਮੋਨੀਅਲ ਕੇਸਿਸ ਬਹੁਤ ਸਾਰੇ ਚੱਲਦੇ ਨੇ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਕਈ ਵਾਰੀ ਨਾ ਘਰੇਲੂ ਹਿੰਸਾ ਤੋਂ ਸ਼ੁਰੂਆਤ ਦੀ ਆਪਾਂ ਗੱਲ ਕਰਦੇ ਹਾਂ ਕਿ ਪਿੰਡਾਂ ਦੇ ਵਿੱਚ ਜਾਇਦਾਦ ਦੀ ਵੰਡ ਵੰਡਾਈ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਹੈਗੇ ਆ ਮਰਡਰ ਹੋ ਜਾਂਦੇ ਨੇ ਔਰ ਕਈ ਵਾਰੀ ਇਨੋਸੈਂਟ ਲੋਕ ਵੀ ਮਰਡਰ ਕੇਸਾਂ ਦੇ ਵਿੱਚ ਫਸਾ ਦਿੱਤੇ ਜਾਂਦੇ ਨੇ। ਸੋ ਹਜੇ ਇੱਕ ਹੋਰ ਕੇਸ ਹੈਗਾ ਜਿਹਦੇ ਵਿੱਚ ਇੱਕ ਲੇਡੀ ਜਿਹੜੀ ਹੈ ਉਹ ਮੇਰੀ ਬੜੀ ਪਿਆਰੀ ਕਲਾਇੰਟ ਹੈ, ਉਹਦਾ ਬੜੇ ਸਾਲ ਮੈਂ ਕੇਸ ਲੜਿਆ, ਉਹਨੂੰ ਮੈਂ ਅਲਟੀਮੇਟਲੀ ਮਰਡਰ ਕੇਸ 'ਚੋਂ ਬਰੀ ਕਰਾ ਲਿਆ। ਔਰ ਉਹਦੇ ਹਸਬੈਂਡ ਨੇ ਆਪਣਾ ਹਿੱਸਾ ਜਦੋਂ ਮੰਗਿਆ ਕਿ ਜਾਇਦਾਦ 'ਚੋਂ ਮੈਨੂੰ ਹਿੱਸਾ ਦਿੱਤਾ ਜਾਵੇ ਤੇ ਉਹਨੂੰ ਹਿੱਸਾ ਦੇਣ ਦੀ ਬਜਾਏ ਉਹਨੂੰ ਇਹ ਕਹਿ ਦਿੱਤਾ ਗਿਆ ਕਿ ਤੈਨੂੰ ਤਾਂ ਨਾਨੀ ਵਾਲੀ ਜ਼ਮੀਨ ਮਿਲ ਗਈ ਹੈ ਤੇ ਤੈਨੂੰ ਹਿੱਸਾ ਕੋਈ ਨਹੀਂ ਦੇਣਾ ਘਰ ਦੇ ਵਿੱਚੋਂ। ਔਰ ਉਹ ਬੰਦੇ ਨੇ ਟੈਨਸ਼ਨ 'ਚ ਆ ਕੇ ਸੁਸਾਈਡ ਕਰ ਲਿਆ। ਸੋ ਇਨਸਟੈਡ ਕਿ ਜਿਹਨੇ ਸੁਸਾਈਡ ਕੀਤਾ ਉਹਦੇ ਸੁਸਾਈਡ ਕਰਕੇ ਘਰਦਿਆਂ ਦੇ ਉੱਤੇ FIR ਦਰਜ ਹੁੰਦੀ, ਜਿਹਨੇ ਸੁਸਾਈਡ ਕੀਤਾ ਉਹਦੀ ਵਾਈਫ ਦੇ ਉੱਤੇ FIR ਦਰਜ ਕਰਾ ਦਿੱਤੀ ਗਈ ਕਿ ਇਹਨਾਂ ਨੇ ਆਪਣੇ ਫਾਦਰ ਇਨ ਲਾਅ ਨੂੰ ਮਾਰਿਆ ਹੈਗਾ। ਬੜੀ ਲੰਬੀ ਚੌੜੀ ਜਿਹੀ ਕਹਾਣੀ ਬਣਾਈ ਗਈ। ਫਿਰ ਮੈਂ ਮਤਲਬ ਮੇਰੇ ਵੀ ਕੈਰੀਅਰ ਦੇ ਵਿੱਚ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਮਰਡਰ ਕੇਸ ਦੇ ਵਿੱਚ ਮੈਂ ਸੈਸ਼ਨ ਕੋਰਟ ਤੋਂ ਐਂਟੀਸਪੇਟਰੀ ਬੇਲ ਲਈ ਉਸ ਲੇਡੀ ਦੀ, ਉਹਨੂੰ ਮੈਂ ਜੇਲ੍ਹ ਨਹੀਂ ਜਾਣ ਦਿੱਤਾ। ਫਿਰ ਮੈਂ ਅਲਟੀਮੇਟਲੀ ਉਹਨੂੰ ਬਰੀ ਕਰਾ ਲਿਆ ਔਰ ਫਿਰ ਅਲਟੀਮੇਟਲੀ ਮੈਂ ਉਹਨੂੰ ਹਰਜਾਨਾ ਵੀ ਲੈ ਕੇ ਦਿੱਤਾ ਕਿਉਂਕਿ ਉਹਨੂੰ ਝੂਠੇ ਕੇਸ 'ਚ ਫਸਾਇਆ ਹੋਇਆ ਸੀਗਾ। ਇਸ ਕਰਕੇ ਉਹਨੂੰ ਮੈਂ 10 ਲੱਖ ਰੁਪਏ ਦਾ ਹਰਜਾਨਾ ਲੈ ਕੇ ਦਿੱਤਾ ਔਰ ਜਦੋਂ 10 ਲੱਖ ਵੀ ਉਹਨਾਂ ਨੇ ਨਹੀਂ ਦਿੱਤਾ ਤੇ ਫਿਰ ਅਸੀਂ ਉਹਨਾਂ ਦੀ 1.5 ਕਿੱਲਾ ਜ਼ਮੀਨ ਜਿਹੜੀ ਹੈ ਅਟੈਚ ਕਰਵਾ ਕੇ ਦਿੱਤੀ। ਇੱਥੇ ਅਜਨਾਲੇ ਦੇ ਲਾਗੇ ਪਿੰਡ ਹੈਗਾ ਧੌਲ ਖੁਰਦ। ਸੋ ਇਸ ਕਰਕੇ ਜਿਹੜਾ ਹੈਗਾ ਇਹੋ ਜਿਹੇ ਕੇਸਿਸ ਹੁੰਦੇ ਨੇ ਕਿ ਜਿਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੁੰਦਾ ਕਿ ਵਕਾਲਤ ਕਰਨ ਲੱਗਿਆਂ ਸਾਨੂੰ ਕੋਈ ਸਪੈਸ਼ਲ ਸਮਾਜ ਸੇਵਾ ਕਰਨੀ ਪੈਂਦੀ ਹੈ। ਵਕਾਲਤ ਦੇ ਦੌਰਾਨ ਹੀ ਕਈ ਵਾਰੀ ਇਹੋ ਜਿਹੇ ਹਿਊਮਨ ਟੱਚ ਵਾਲੇ ਕੇਸਿਸ ਆ ਜਾਂਦੇ ਆ ਕਿ ਸਾਨੂੰ ਉਹਨਾਂ 'ਤੇ ਤਰਸ ਵੀ ਆਉਂਦਾ। ਸਮਟਾਈਮਸ ਮੈਂ ਉਹਨਾਂ ਕੋਲੋਂ ਫੀਸ ਵੀ ਨਹੀਂ ਲੈਂਦੀ, ਕਈਆਂ ਕੋਲ ਤਾਂ ਅਸੀਂ ਫੀਸ ਮਤਲਬ ਜ਼ਰੂਰ ਲੈਂਦੇ ਵੀ ਹੈਗੇ ਹਾਂ ਕਿਉਂਕਿ ਚੈਰਿਟੀ ਵੀ ਤੁਸੀਂ ਤਾਂ ਹੀ ਕਰ ਸਕਦੇ ਹੋ ਜੇ ਤੁਹਾਡਾ ਆਪਣਾ ਪੇਟ ਭਰਿਆ ਹੋਵੇ ਤੇ। ਸੋ ਇਸ ਕਰਕੇ ਜਿਹੜੇ ਤਾਂ ਲੋੜਵੰਦ ਹੈਗੇ ਆ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਘੱਟ ਤੋਂ ਘੱਟ ਫੀਸ ਲਈਏ ਔਰ ਜਿਹੜੇ ਪੇ ਕਰ ਸਕਦੇ ਨੇ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਪੇ ਕਰੋ ਤਾਂ ਕਿ ਅਸੀਂ ਹੋਰ ਵੀ ਕਿਸੇ ਦੀ ਮਦਦ ਕਰ ਸਕੀਏ। ਮੈਡਮ ਜੀ, ਜਦੋਂ ਤੁਸੀਂ ਹਿਨਾ ਬੱਚੀ ਨੂੰ ਉਹਨਾਂ ਦੇ ਦੇਸ਼ ਤੋਰਿਆ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਦੇਖੋ ਜੀ, ਮੈਨੂੰ ਤਾਂ ਬਹੁਤ ਖੁਸ਼ੀ ਮਹਿਸੂਸ ਹੋਈ
ਕਿਉਂਕਿ ਮੇਰੀ ਬਹੁਤ ਪਰਸਨਲ ਐਫਰਟਸ ਇਹਦੇ ਵਿੱਚ ਸੀਗੀਆਂ, ਹਿਊਮਨ ਟੱਚ ਕਰਕੇ ਵੀ ਸੀਗੀਆਂ, ਅਦਰਵਾਈਜ਼ ਵੀ ਟੈਕਨੀਕਲੀ ਵੀ ਬਹੁਤ ਐਫਰਟਸ ਸਾਨੂੰ ਕਰਨੀਆਂ ਪਈਆਂ, ਕਿਉਂਕਿ ਮੈਨੂੰ ਹਰ ਜਗ੍ਹਾ ਤੋਂ ਰਿਟੈਲੀਏਸ਼ਨ ਫੇਸ ਕਰਨੀ ਪਈ। ਲੋਕ ਮੈਨੂੰ ਕਹਿੰਦੇ ਸੀਗੇ ਕਿ ਤੁਸੀਂ ਪਾਕਿਸਤਾਨੀਆਂ ਦੀ ਕਿਉਂ ਮਦਦ ਕਰ ਰਹੇ ਹੋ, ਪਾਕਿਸਤਾਨੀ ਚਲੇ ਜਾਓ, ਇੱਦਾਂ ਦੀਆਂ ਗੱਲਾਂ। ਸੋ ਜਦੋਂ ਉਸ ਬੱਚੀ ਨੂੰ ਮੈਂ ਭੇਜਿਆ ਔਰ ਉਹਦੇ ਚਿਹਰੇ 'ਤੇ ਜਦੋਂ ਮੈਂ ਖੁਸ਼ੀ ਦੇਖੀ ਔਰ ਉਹਨੇ ਮੈਨੂੰ ਜਦੋਂ ਬਾਏ ਬਾਏ ਕੀਤਾ ਅਖੀਰ 'ਤੇ ਬੱਸ 'ਚ ਬੈਠ ਕੇ, ਐਂਡ ਦੈਟ ਵਾਜ਼ ਦ ਬਿਊਟੀਫੁਲ ਮੂਮੈਂਟ, ਔਰ ਮੈਨੂੰ ਲੱਗਾ ਕਿ ਮੇਰੀ ਮਿਹਨਤ ਸਫਲ ਹੋ ਗਈ ਹੈ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਚੰਗੀਆਂ ਲੱਗਦੀਆਂ ਨੇ। ਅਸੀਂ ਬੜੇ ਰਫ ਮਾਹੌਲ 'ਚ ਕੰਮ ਕਰਦੇ ਹਾਂ, ਪਰ ਜਦੋਂ ਕਿਤੇ ਇਹੋ ਜਿਹੀਆਂ ਪਿਆਰੀਆਂ ਖੁਸ਼ਬੂਦਾਰ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਸਾਡੀ ਐਫਰਟ ਦੇ ਨਾਲ ਕਿਸੇ ਦੇ ਚਿਹਰੇ 'ਤੇ ਖੁਸ਼ੀ ਆਉਂਦੀ ਹੈ, ਤਾਂ ਉਹ ਬਹੁਤ ਅੱਛਾ ਲੱਗਦਾ ਹੈਗਾ। ਮੈਨੂੰ ਵੀ ਸੁਣ 'ਚ ਆਇਆ ਕਿ ਤੁਸੀਂ ਇੱਕ ਸੁਸਾਇਟੀ ਵੀ ਚਲਾ ਰਹੇ ਜੀ। ਹਾਂਜੀ, ਮੇਰੀ ਇੱਕ ਸੰਸਥਾ ਹੈਗੀ ਹੈ ਜਿਹਦਾ ਨਾਮ ਹੈ ਸਵੈਗ, ਸੁਸਾਇਟੀ ਫਾਰ ਵੂਮਨ ਇੰਪਾਵਰਮੈਂਟ ਐਂਡ ਗ੍ਰੀਨ ਕਾਜ਼। ਕਿਉਂਕਿ ਸਾਡੇ ਇੱਥੇ ਡਿਫੋਰੈਸਟੇਸ਼ਨ ਬਹੁਤ ਹੋ ਗਈ ਹੈ, ਪੌਦੇ ਬਹੁਤ ਕੱਟੇ ਗਏ ਨੇ, ਸੜਕਾਂ ਨਵੀਆਂ ਚੌੜੀਆਂ ਕਰਨ ਦੇ ਚੱਕਰ 'ਚ ਪੁਰਾਣੇ ਪੇੜ ਕੱਟ ਦਿੱਤੇ ਗਏ ਨੇ। ਸੋ ਮੇਰੀ ਇੱਕ ਛੋਟੀ ਜਿਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਗ੍ਰੀਨ ਕਾਜ਼ ਨੂੰ ਪ੍ਰਮੋਟ ਕਰਨ ਦੇ ਲਈ ਜਿਹੜਾ ਹੈਗਾ ਉਹ ਅਸੀਂ ਫ੍ਰੀ 'ਚ ਪੌਦੇ ਵੰਡਦੇ ਰਹਿੰਦੇ ਹੈਗੇ ਹਾਂ। ਅਤੇ ਕੁਝ ਕਲਮਾਂ ਤੋਂ ਤਿਆਰ ਕਰਦੇ ਹਾਂ, ਕੁਝ ਮੰਗਵਾ ਲੈਂਦੇ ਹਾਂ, ਕੁਝ ਇਸ ਤਰ੍ਹਾਂ। ਔਰ ਇੱਕ ਛੋਟੀ ਜਿਹੀ ਨਰਸਰੀ ਵੀ ਮੇਰੇ ਆਪਣੇ ਘਰ ਦੇ ਨਾਲ ਖੋਲ੍ਹੀ ਹੋਈ ਹੈ। ਉਹ ਕੁਝ ਅੱਧਾ ਸੈਕਸ਼ਨ ਜਿਹੜਾ ਕਮਰਸ਼ੀਅਲ, ਅੱਧਾ ਨਾਨ ਕਮਰਸ਼ੀਅਲ ਹੈ, ਉਹਦੇ 'ਚ ਵੀ ਅਸੀਂ ਚੈਰਿਟੀ ਕਰਦੇ ਰਹਿੰਦੇ ਹਾਂ। ਔਰ ਨਾਲ ਸੁਸਾਇਟੀ ਫਾਰ ਵੂਮਨ ਇੰਪਾਵਰਮੈਂਟ ਹੈਗੀ ਹੈ। ਸੋ ਔਰਤਾਂ ਨੂੰ ਸਸ਼ਕਤ ਕਰਨ ਦੇ ਲਈ ਜਿੱਥੇ ਵੀ ਮਤਲਬ ਮੈਨੂੰ ਮੌਕਾ ਮਿਲਦਾ ਹੈਗਾ ਕਿ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ, ਅਸੀਂ ਜ਼ਰੂਰ ਕਰਦੇ ਹੈਗੇ ਹੈਲਪ। ਮੈਡਮ ਜੀ, ਹੁਣ ਤੱਕ ਤੁਸੀਂ ਕਿੰਨੇ ਕੁ ਬੂਟੇ ਲਾ ਚੁੱਕੇ ਜਾਂ ਵੰਡ ਚੁੱਕੇ ਜੀ? ਦੇਖੋ, ਹਰ ਜੁਲਾਈ ਦੇ ਮੌਸਮ 'ਚ, ਵੈਸੇ ਤਾਂ 5 ਜੂਨ ਨੂੰ ਸਾਰਾ ਵਰਲਡ ਮਨਾਉਂਦਾ ਹੈਗਾ ਵਰਲਡ ਗ੍ਰੀਨ ਡੇ, ਪਰ ਕਿਉਂਕਿ ਸਾਡੇ ਪੰਜਾਬ ਦਾ ਜਿਹੜਾ ਐਟਮੋਸਫੇਅਰ ਹੈਗਾ ਉਹ ਜੂਨ 'ਚ ਤਾਂ ਬਹੁਤ ਗਰਮੀ ਹੁੰਦੀ ਹੈ। ਸੋ ਅਸੀਂ ਤਾਂ ਵਣ ਮਾਹ ਉਤਸਵ ਜਿਹੜਾ 14 ਜੁਲਾਈ ਨੂੰ ਆਉਂਦਾ ਹੈਗਾ, ਅਸੀਂ ਉਦੋਂ ਫਿਰ ਪੌਦੇ ਡਿਸਟਰੀਬਿਊਟ ਕਰਦੇ ਹਾਂ ਬਹੁਤ ਸਾਰੇ, ਤਾਂ ਕਿ ਉਹ ਆਪਣੇ ਆਪ ਹੀ ਅਗਲੇ ਆਉਣ ਵਾਲੇ 2-3 ਮਹੀਨਿਆਂ 'ਚ ਚੱਲ ਜਾਣ। ਤਾਂ ਮੈਂ ਪੌਦੇ ਉਹ ਮੰਗਵਾ ਕੇ ਦਿੰਦੀ ਹਾਂ ਜਿਹੜੇ ਲੋਕ ਲਾਈਕ ਕਰਨ, ਜਿਨ੍ਹਾਂ ਨੂੰ ਫਲ ਵੀ ਆਵੇ। ਵੈਸੇ ਤਾਂ ਗੌਰਮੈਂਟ ਵੀ ਬਹੁਤ ਸਾਰੇ ਪੌਦੇ ਲਗਾਉਂਦੀ ਹੈ ਗਰੀਨਰੀ ਦੇ ਵਾਸਤੇ, ਪਰ ਛਾਂਦਾਰ ਪੌਦਿਆਂ ਨਾਲੋਂ ਲੋਕ ਫਲਦਾਰ ਪੌਦੇ ਜ਼ਿਆਦਾ ਪਸੰਦ ਕਰਦੇ ਨੇ। ਸੋ ਪਿਛਲੇ ਸਾਲ ਗੁਰੂ ਨਾਨਕ ਸਾਹਿਬ ਦਾ 550ਵਾਂ ਬਰਥਡੇ ਸੀਗਾ, ਸੋ ਅਸੀਂ 550 ਅੰਬ ਦੇ ਬੂਟੇ ਜਿਹੜੇ ਹੈਗੇ ਆ ਉਹ ਇੱਧਰ ਉੱਧਰ ਵੰਡੇ ਸੀਗੇ। ਸੋ ਅੰਬ ਕਿਉਂਕਿ ਫਲ ਦਾ ਰੁੱਖ ਹੈ, ਲੋਕ ਫਿਰ ਸ਼ੌਕ ਦੇ ਨਾਲ ਉਹਨੂੰ ਪਾਲ ਲੈਂਦੇ ਨੇ, ਮਿਹਨਤ ਵੀ ਕਰਦੇ ਨੇ, ਕਿਉਂਕਿ ਪੌਦੇ ਨੂੰ ਪਹਿਲੇ 2-3 ਸਾਲ ਬਹੁਤ ਕੇਅਰ ਚਾਹੀਦੀ ਹੁੰਦੀ ਹੈ। ਸੋ ਲਗਾਉਂਦੀ ਤਾਂ ਗੌਰਮੈਂਟ ਵੀ ਹੈ, ਪਰ ਉਹਦੇ 'ਚੋਂ ਤਕਰੀਬਨ 80% ਮੋਰਟੈਲਿਟੀ ਹੋ ਜਾਂਦੀ ਹੈ, ਪੌਦੇ ਮਰ ਜਾਂਦੇ ਆ, ਕਿਉਂਕਿ ਉਹਨਾਂ ਦੀ ਕੇਅਰ ਹੁੰਦੀ ਨਹੀਂ ਹੈਗੀ, ਉਹ ਸਿਰਫ ਛਾਂਦਾਰ ਪੌਦੇ ਹੁੰਦੇ ਨੇ। ਸੋ ਮੇਰੀ ਇਹੋ ਹੀ ਕੋਸ਼ਿਸ਼ ਹੈਗੀ ਹੈ ਕਿ ਹੁਣ ਤੱਕ ਅਸੀਂ ਵੈਸੇ ਮਤਲਬ ਕਾਫੀ ਪੌਦਾ ਜਿਹੜਾ ਹੈਗਾ ਵੰਡ ਚੁੱਕੇ ਹਾਂ, ਅਤੇ 20-25,000 30,000 ਤੱਕ ਦਾ ਤਾਂ ਵੰਡ ਦਿੱਤੇ ਹੋਣੇ ਅਸੀਂ ਪੌਦੇ। ਮੈਡਮ ਜੀ, ਤੁਹਾਡੀ ਸਵੈਗ ਸੁਸਾਇਟੀ ਵੱਲੋਂ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਨੇ? ਸਵੈਗ ਦੇਖੋ, ਵਕਾਲਤ 'ਚ ਚਲਦਿਆਂ ਨਾ ਬਹੁਤ ਸਾਰਾ ਜਿਹੜਾ ਕਿ ਸਾਨੂੰ ਸਪੈਸ਼ਲ ਚੈਰਿਟੀ ਕਰਨ ਲਈ ਕਿਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ, ਕਿਉਂਕਿ ਦੇਖੋ ਜੇਲ੍ਹ ਅਥਾਰਟੀਜ਼ ਦੇ ਨਾਲ ਮੇਰਾ ਰਾਬਤਾ ਅਕਸਰ ਕਾਇਮ ਰਹਿੰਦਾ ਹੈਗਾ। ਜੇਲ੍ਹ ਦੇ ਵਿੱਚ ਹੁਣ ਲਾਸਟ ਈਅਰ ਇੱਦਾਂ ਹੋਇਆ ਸੀਗਾ ਕਿ ਜੇਲ੍ਹ 'ਚ ਕੁਝ ਇਹੋ ਜਿਹੇ ਕੈਦੀ ਹੈਗੇ ਨੇ ਜਿਹੜੇ ਬੰਗਲਾਦੇਸ਼ੀ ਨੇ, ਪਾਕਿਸਤਾਨੀ ਨੇ, ਜਿਨ੍ਹਾਂ ਨੂੰ ਪਿੱਛੋਂ ਘਰੋਂ ਮਿਲਣ ਆਉਣ ਵਾਲਾ ਕੋਈ ਨਹੀਂ ਹੁੰਦਾ। ਔਰ ਸਾਡੇ ਜੇਲ੍ਹ ਮੈਨੂਅਲ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਨੂੰ ਇੱਕ ਕੁੜਤਾ ਪਜਾਮਾ ਮਿਲਣਾ ਹੁੰਦਾ ਹੈ, ਅਤੇ ਸਰਦੀਆਂ ਦੇ ਕੱਪੜੇ ਕੋਈ ਇਹੋ ਜਿਹੇ ਨਹੀਂ ਮਿਲਣੇ ਹੁੰਦੇ। ਪੰਜਾਬ 'ਚ ਅੰਮ੍ਰਿਤਸਰ 'ਚ ਸਰਦੀ ਬਹੁਤ ਪੈਂਦੀ ਹੈ। ਸੋ ਮੈਨੂੰ ਮਤਲਬ ਜੇਲ੍ਹ ਅਥਾਰਟੀਜ਼ ਨੇ ਕਿਹਾ ਕਿ ਕੁਝ ਤੁਸੀਂ ਹੈਲਪ ਕਰ ਸਕਦੇ ਹੋ। ਸੋ ਅਸੀਂ ਉਹਨਾਂ ਦੇ ਪੈਰਾਂ ਦਾ ਜਿਹੜੇ ਨਾਪ ਲਿੱਤੇ, ਨੰਬਰ, ਫਿਰ ਸ਼ੂਜ਼ ਪ੍ਰੋਵਾਈਡ ਕੀਤੇ, ਸੌਕਸ ਪ੍ਰੋਵਾਈਡ ਕੀਤੀਆਂ, ਗਰਮ ਪਜਾਮੇ ਜਿਹੜੇ ਹੈ, ਸਵੈਟਰਾਂ ਪ੍ਰੋਵਾਈਡ ਕੀਤੀਆਂ, ਇਸ ਤਰ੍ਹਾਂ ਦੀ ਚੀਜ਼ਾਂ। ਹੁਣ ਵੀ ਜਿਹੜਾ ਹੈਗਾ ਕੋਵਿਡ-19 ਦੇ ਵਿੱਚ ਜਿਹੜਾ ਹੈਗਾ, ਮੈਂ ਉਹਨਾਂ ਨੂੰ ਜਿਹੜੇ PP ਕਿਟਸ ਜਿਹੜੀਆਂ ਹੈਗੀਆਂ ਨੇ ਡਾਕਟਰਸ ਨੂੰ ਪ੍ਰੋਵਾਈਡ ਕਰਕੇ ਆਏ ਹਾਂ, ਕਿਉਂਕਿ ਮਤਲਬ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰਾ ਕੰਮ ਕਰਨਾ ਪੈਣਾ ਹੈਗਾ। ਸਾਰਾ ਕੁਝ ਸਰਕਾਰ ਹੀ ਨਹੀਂ ਕਰ ਸਕਦੀ, ਸੰਸਥਾਵਾਂ ਨੂੰ ਵੀ ਕਰਨਾ ਪੈਂਦਾ ਹੈਗਾ। ਮਾਸਕ ਵੀ ਅਸੀਂ ਵੰਡੇ ਨੇ ਬਹੁਤ ਸਾਰੇ। ਸੋ ਇਸ ਤਰ੍ਹਾਂ ਇਹ ਲਗਾਤਾਰ ਇੱਕ ਪ੍ਰੋਸੈਸ ਜਿਹੜਾ ਹੈਗਾ ਚੱਲਦਾ ਹੀ ਰਹਿੰਦਾ ਹੈਗਾ ਚੈਰਿਟੀ ਦਾ। ਥੋੜ੍ਹਾ ਸਾਡੀਆਂ ਹੋਰ ਵੀ ਸੰਸਥਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ ਜਿਹੜੇ ਸਾਡੀ ਹੈਲਪ ਕਰਦੀਆਂ ਰਹਿੰਦੀਆਂ ਨੇ। ਸੋ ਜਿੱਥੇ ਵੀ ਜ਼ਰੂਰਤ ਪੈਂਦੀ ਅਸੀਂ ਮਦਦ ਕਰਦੇ ਹਾਂ ਲੋਕਾਂ ਦੀ। ਭੈਣ ਜੀ, ਇਹਨਾਂ ਸੇਵਾਵਾਂ ਬਦਲੇ ਤੁਹਾਨੂੰ ਕੋਈ ਮਾਣ ਸਨਮਾਨ, ਕੋਈ ਅਵਾਰਡ ਪ੍ਰਾਪਤ ਹੋਇਆ? ਦੇਖੋ ਜੀ, ਵਾਹਿਗੁਰੂ ਦੀ ਬੜੀ ਕਿਰਪਾ ਹੈਗੀ ਹੈ, ਮੈਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈਗਾ। ਬਹੁਤ ਜਗ੍ਹਾ ਤੋਂ ਮੈਨੂੰ ਮਾਣ ਸਨਮਾਨ ਮਿਲਦੇ ਹੀ ਰਹਿੰਦੇ ਹੈਗੇ ਨੇ। ਮੈਨੂੰ ਜਿਹੜਾ ਹੈਗਾ ਨਵਤੇਜ ਗੋਗੂ ਦੀ ਸੰਸਥਾ ਨੇ ਵੀ ਸਨਮਾਨਿਤ ਕੀਤਾ ਹੈਗਾ। ਕਾਦੀਆਂ ਤੋਂ ਜਿਹੜੇ ਭਾਈਚਾਰਾ ਹੈਗਾ, ਮੁਸਲਿਮ ਭਾਈਚਾਰਾ, ਉਹਨਾਂ ਨੇ ਵੀ ਸਨਮਾਨਿਤ ਕੀਤਾ ਹੈਗਾ। ਮੈਨੂੰ ਫਿਰ PTC ਚੈਨਲ ਵਾਲਿਆਂ ਨੇ ਇੱਕ ਸਿਰਜਣਹਾਰੀ ਅਵਾਰਡ ਦਿੱਤੇ ਸੀਗੇ ਲੇਡੀਜ਼ ਨੂੰ,
ਤੇ ਉਹਦੇ ਤੇ ਜਿਹੜਾ ਪ੍ਰੋਮੋ ਹੈਗਾ ਉਹਦੇ 'ਚ ਵੀ ਮੇਰੀ ਪਿਕ ਇਹਨਾਂ ਨੂੰ ਬਾਹਰ ਲੈ ਕੇ ਆਉਂਦਿਆਂ ਦੀ ਹੈਗੀ ਹੈ। ਤਾਂ ਉਹ ਛੋਟੀ ਬੱਚੀ ਨੂੰ ਜਦੋਂ ਮੈਂ ਬਾਹਰ ਲੈ ਕੇ ਆ ਰਹੀ ਹੁੰਦੀ ਹਾਂ ਤਾਂ ਉਹ ਆਪਣੇ ਆਪ 'ਚ ਜੇਲ੍ਹ ਦਾ ਵੱਡਾ ਸਾਰਾ ਦਰਵਾਜ਼ਾ ਹੈ, ਔਰ ਉਹ ਛੋਟੀ ਬੱਚੀ ਜ਼ਿੰਦਗੀ 'ਚ ਪਹਿਲੀ ਵਾਰੀ ਜਿਹੜੀ ਹੈ ਉਹ ਬਾਹਰ ਦੀ ਫਿਜ਼ਾ ਦੇਖਦੀ ਹੈਗੀ ਹੈ। ਸੋ ਉਹ ਪ੍ਰੋਮੋ ਦੇ ਵਿੱਚ ਹੀ ਮੇਰਾ ਉਹ ਸੀਨ ਬਾਰ-ਬਾਰ ਆਉਂਦਾ ਹੈਗਾ। ਹਰ ਜਦੋਂ ਵੀ ਗੁਰਬਾਣੀ ਦਾ ਖਤਮ ਹੁੰਦਾ ਪ੍ਰੋਗਰਾਮ ਤੇ ਉਸ ਤੋਂ ਬਾਅਦ ਉਹ ਪ੍ਰੋਮੋ ਆਉਂਦਾ ਰਿਹਾ। ਸੋ ਲੋਕ ਪਹਿਚਾਣਦੇ ਨੇ, ਪਿਆਰ ਕਰਦੇ ਨੇ, ਸਤਿਕਾਰ ਦਿੰਦੇ ਨੇ, ਔਰ ਪੀਟੀਸੀ ਵਾਲਿਆਂ ਨੇ ਮੈਨੂੰ ਸਿਰਜਣਹਾਰੀ ਅਵਾਰਡ ਦਿੱਤਾ ਹੈ। ਸੋ ਮੈਂ ਸ਼ੁਕਰਗੁਜ਼ਾਰ ਹਾਂ ਉਸ ਸਾਰੀਆਂ ਚੀਜ਼ਾਂ ਲਈ। ਮੈਂ ਬਹੁਤ ਵਾਹਿਗੁਰੂ ਦੀ ਬੜੀ ਕਿਰਪਾ ਹੈਗੀ ਹੈ। ਮੈਡਮ ਜੀ, ਵਕਾਲਤ ਤੋਂ ਇਲਾਵਾ ਤੁਹਾਡੇ ਹੋਰ ਕੀ ਸ਼ੌਂਕ ਨੇ? ਸਭ ਤੋਂ ਵੱਡਾ ਸ਼ੌਂਕ ਤੇ ਮੇਰਾ ਵਕਾਲਤ ਹੀ ਹੈ, ਕਿਉਂਕਿ ਇਹ ਇੰਨਾ ਵਧੀਆ ਪ੍ਰੋਫੈਸ਼ਨ ਹੈਗਾ ਕਿ ਇਹਦੇ ਵਿੱਚ ਬੈਲੈਂਸ ਤਾਂ ਤੁਸੀਂ ਆਪ ਬਣਾਉਣਾ ਹੈ। ਜਿੰਨਾ ਚਾਹੋ ਤੁਸੀਂ ਪੈਸਾ ਕਮਾ ਸਕਦੇ ਹੋ, ਜਿੰਨਾ ਚਾਹੋ ਤੁਸੀਂ ਚੈਰਿਟੀ ਕਰ ਸਕਦੇ ਹੋ, ਜਿੰਨਾ ਚਾਹੋ ਤੁਸੀਂ ਜਿਹੜਾ ਹੈਗਾ ਲੋਕਾਂ ਦੀ ਹੈਲਪ ਕਰ ਸਕਦੇ ਹੋ। ਤੁਸੀਂ ਆਪਣੇ ਮਾਸਟਰ ਆਪ ਹੋ। ਸਭ ਤੋਂ ਵੱਡਾ ਸ਼ੌਕ ਤੇ ਮੈਨੂੰ ਵਕਾਲਤ ਦਾ ਹੀ ਹੈ। ਦੂਸਰਾ ਸ਼ੌਕ, ਜਦੋਂ ਕਈ ਵਾਰੀ ਮੈਂ ਥੱਕ ਜਾਂਦੀ ਹਾਂ ਵਕਾਲਤ ਤੋਂ, ਤੇ ਫਿਰ ਗਾਰਡਨਿੰਗ ਦਾ ਮੈਨੂੰ ਬਹੁਤ ਸ਼ੌਕ ਹੈਗਾ। ਫੁੱਲਾਂ ਦਾ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਔਰ ਬੋਨਸਾਈ ਜੈਪਨੀਜ਼ ਸਟਾਈਲ ਦੀ ਗਾਰਡਨਿੰਗ ਜਿਹੜੀ ਹੈ ਉਹ ਮੈਂ ਬਣਾਉਂਦੀ ਹਾਂ ਆਪ। ਔਰ ਮੇਰੇ ਘਰ ਬਹੁਤ ਸਾਰੇ ਬੋਨਸਾਈਜ਼ ਪਏ ਨੇ, ਬਹੁਤ ਤਰ੍ਹਾਂ ਦੇ ਫਲਾਵਰਸ ਪਏ ਨੇ। ਔਰ ਗਾਰਡਨਿੰਗ ਮੇਰਾ ਸੈਕਿੰਡ ਸ਼ੌਕ ਹੈਗਾ। ਪੜ੍ਹਨਾ ਲਿਖਣਾ ਤਾਂ ਸ਼ੌਕ ਹੈ ਹੀ ਹੈ। ਸਾਹਿਤ ਮੈਂ ਬਹੁਤ ਪੜ੍ਹਿਆ ਹੈ, ਬਹੁਤ ਹੀ ਪੜ੍ਹਦੀ ਵੀ ਹਾਂ। ਔਰ ਲਿਟਰੇਚਰ ਦੇ ਵਿੱਚ ਮੇਰਾ ਕਾਫੀ ਇੰਟਰਸਟ ਹੈਗਾ, ਉਹ ਕਰਦੇ ਹੈਗੇ। ਭੈਣ ਜੀ, ਭਾਜੀ ਕਹਿ ਰਹੇ ਤੁਸੀਂ ਲਿਖ ਵੀ ਲੈਂਦੇ ਜੇ, ਕੁਝ ਗੁਣਗੁਣਾ ਵੀ ਲੈਂਦੇ ਜੇ, ਮਾੜਾ ਜਿਹਾ ਦੱਸਿਓ। ਮੈਂ ਯੂਨੀਵਰਸਿਟੀ ਦੇ ਵਿੱਚ ਬੈਸਟ ਸਿੰਗਰ ਦਾ ਅਵਾਰਡ ਮੈਨੂੰ ਮਿਲਿਆ ਹੋਇਆ। ਯੂਨੀਵਰਸਿਟੀ ਮੈਂ 7 ਸਾਲ ਪੜ੍ਹੀ ਹੈ, 5 ਸਾਲ ਲਾਅ ਕੀਤੀ ਹੈ, 2 ਸਾਲ MBA ਕੀਤੀ ਹੈ, ਔਰ 7 ਸਾਲ ਮੈਂ ਸਟੇਜ 'ਤੇ ਰਹੀ ਹਾਂ। 7 ਸਾਲ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦੀ ਰਹੀ ਹਾਂ ਮੈਂ ਯੂਥ ਫੈਸਟੀਵਲਸ ਦੇ ਵਿੱਚ ਐਜ਼ ਅ ਸਿੰਗਰ। ਔਰ ਬਹੁਤ ਸਾਰੇ ਅਵਾਰਡਸ ਯੂਨੀਵਰਸਿਟੀ ਲਈ ਮੈਂ ਲੈ ਕੇ ਆਈ ਹੈਗੀਆਂ। ਕੱਲ੍ਹ ਵੀ ਅਸੀਂ ਯਾਦ ਕਰ ਰਹੇ ਸੀਗੇ, ਸਾਡਾ ਕੋਈ ਪੁਰਾਣਾ ਫਰੈਂਡ ਮਿਲਿਆ ਕਿ ਪਠਾਨਕੋਟ ਦੇ ਵਿੱਚ ਇੱਕ ਅਭਿਨੈ ਕਲਾ ਮੰਦਿਰ ਹੈਗਾ ਸੀ। ਉੱਥੇ ਸਾਰੀਆਂ ਯੂਨੀਵਰਸਿਟੀਜ਼ ਦੇ ਬੱਚੇ ਆਉਂਦੇ ਸੀਗੇ, ਔਰ ਅਭਿਨੈ ਕਲਾ ਮੰਦਿਰ ਦੇ ਵਿੱਚ ਵੀ ਮੈਨੂੰ ਐਜ਼ ਅ ਟੋਪਰ ਅਵਾਰਡ ਜਿਹੜਾ ਮਿਲਿਆ ਹੋਇਆ। ਯੂਨੀਵਰਸਿਟੀ ਦੇ ਵਿੱਚ ਲਾਅ ਦੇ ਦੌਰਾਨ ਵੀ ਜਿਹੜਾ ਹੈਗਾ ਮਿਸ ਆਊਟਗੋਇੰਗ ਮੈਂ ਹੀ ਸੀਗੀ। MBA ਦੀ ਮਿਸ ਫਰੈਸ਼ਰ ਵੀ ਮੈਂ ਸੀ, MBA ਦੀ ਮਿਸ ਆਊਟਗੋਇੰਗ ਵੀ ਮੈਂ ਸੀਗੀ। ਸੋ ਇੱਦਾਂ ਦੇ ਬਹੁਤ ਸਾਰੇ ਅਵਾਰਡਸ ਜਿਹੜੇ ਹੈਗੇ ਆ ਮਿਲਦੇ ਆਏ ਨੇ। ਔਰ ਇੱਕ ਸੁਣਿਆ ਮੈਂ ਬੱਚਿਆਂ ਨੂੰ ਦੇਣਾ ਚਾਹੁੰਦੀ ਹਾਂ ਕਿ ਇਹ ਸਾਰਾ ਕੁਝ ਇੰਨਾ ਹੀ ਵਧੀਆ ਨਹੀਂ ਸੀਗਾ। ਬਚਪਨ ਦੇ ਵਿੱਚ ਜਿਹੜਾ ਹੈਗਾ ਮਤਲਬ ਮੇਰਾ ਪੜ੍ਹਾਈ ਵੱਲ ਬਹੁਤਾ ਇੰਟਰਸਟ ਨਹੀਂ ਸੀਗਾ। 8ਵੀਂ ਤੱਕ ਖੇਡਣ 'ਚ ਜ਼ਿਆਦਾ ਇੰਟਰਸਟ ਹੁੰਦਾ ਸੀਗਾ। ਸੋ 8ਵੀਂ ਦੇ ਵਿੱਚ ਮੈਨੂੰ ਇੱਕ ਵਾਰੀ ਮੇਰੇ ਮਦਰ ਨੂੰ ਬੁਲਾ ਕੇ ਤੇ ਸਾਡੇ ਟੀਚਰਸ ਨੇ ਕਿਹਾ ਕਿ ਇਹਦਾ ਪ੍ਰਾਈਵੇਟ ਦਾਖਲਾ ਭੇਜਣਾ, ਅਸੀਂ ਆਪਣੇ ਸਕੂਲ ਦਾ ਰਿਜ਼ਲਟ ਖਰਾਬ ਨਹੀਂ ਕਰਨਾ ਚਾਹੁੰਦੇ। ਸੋ ਮੇਰੇ ਮਦਰ ਕਿਉਂਕਿ ਬਲਾਕ ਐਜੂਕੇਸ਼ਨ ਆਫਿਸਰ ਸੀਗੇ ਔਰ ਉਹਨਾਂ ਨੂੰ ਸਾਈਕੋਲੋਜੀ ਬਹੁਤ ਆਉਂਦੀ ਹੈ। ਉਹ ਕਹਿੰਦੇ ਕਿ ਜਿਹੜਾ ਬੱਚਾ 5ਵੀਂ 'ਚ ਇੰਨਾ ਇੰਟੈਲੀਜੈਂਟ ਹੈ ਤੇ ਉਹ 2-4 ਸਾਲਾਂ 'ਚ 8ਵੀਂ ਤੱਕ ਆਉਂਦੇ ਇਹਨਾਂ ਨਾਲ ਲੈ ਕਿੱਦਾਂ ਹੋ ਸਕਦਾ ਕਿ ਉਹਦਾ ਤੁਸੀਂ ਪ੍ਰਾਈਵੇਟ ਦਾਖਲਾ ਭੇਜਣਾ। ਸੋ ਉਹਨਾਂ ਨੇ ਮੈਨੂੰ ਉਸ ਸਕੂਲ ਤੋਂ ਕੱਢ ਲਿੱਤਾ। ਫਿਰ ਮੈਂ ਪ੍ਰਾਈਵੇਟ ਪੇਪਰ ਦਿੱਤੇ। ਮੈਨੂੰ ਵੀ ਬੜੀ ਥੋੜ੍ਹੀ ਸ਼ਰਮ ਆਈ ਅੰਦਰੋਂ ਕਿ ਮੈਨੂੰ ਸਕੂਲ ਤੋਂ ਕੱਢ ਦਿੱਤਾ ਹੈਗਾ। ਸੋ ਮੈਂ ਬੱਚਿਆਂ ਨੂੰ ਸੁਨੇਹਾ ਇਹ ਦੇਣਾ ਚਾਹੁੰਦੀ ਹੈਗੀ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਦੀ ਜ਼ਿੰਦਗੀ 'ਚ ਇੱਕ ਵਾਰੀ ਬ੍ਰੇਕ ਕਿਤੇ ਤੁਹਾਡੀ ਲੱਗ ਜਾਵੇ ਤਾਂ ਤੁਸੀਂ ਉੱਥੇ ਹੀ ਰੁਕ ਜਾਣਾ ਹੈਗਾ। ਜ਼ਿੰਦਗੀ ਬਹੁਤ ਸੋਹਣੀ ਹੈ, ਬਹੁਤ ਅੱਗੇ ਪੜਾਅ ਆਉਂਦੇ ਹੈਗੇ ਨੇ, ਚੱਲਦੀ ਰਹਿੰਦੀ ਹੈਗੀ ਹੈ। ਸੋ 10ਵੀਂ ਦੇ ਵਿੱਚ ਫਿਰ ਮੇਰੀ ਫਸਟ ਡਿਵੀਜ਼ਨ ਆਈ ਔਰ ਉਸ ਤੋਂ ਬਾਅਦ ਮੈਂ ਜ਼ਿੰਦਗੀ 'ਚ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ। ਫਿਰ ਮੇਰੀ ਲਾਅ 'ਚ ਵੀ ਫਸਟ ਡਿਵੀਜ਼ਨ, MBA 'ਚ ਵੀ ਫਸਟ ਡਿਵੀਜ਼ਨ, ਹਰ ਜਗ੍ਹਾ ਫਸਟ ਡਿਵੀਜ਼ਨ। ਸੋ ਮੈਂ ਛੋਟੇ ਬੱਚਿਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜੇ ਕਦੀ ਜ਼ਿੰਦਗੀ 'ਚ ਕੋਈ ਛੋਟੀ ਬ੍ਰੇਕ ਲੱਗ ਜਾਵੇ ਤੇ ਉਹਨੂੰ ਐਜ਼ ਏ ਤੁਸੀਂ ਉਹ ਨਹੀਂ ਲੈਣਾ ਹੈਗਾ, ਉਹਨੂੰ ਐਜ਼ ਏ ਚੈਲੰਜ ਲੈਣਾ ਹੈਗਾ ਕਿ ਤੁਸੀਂ ਹੁਣ ਜਿਹੜਾ ਹੈਗਾ ਜਦੋਂ ਮੈਂ ਲਾਅ ਦੇ ਵਿੱਚ ਬਹਿਸ ਕਰਦੀ ਹਾਂ, ਇੰਗਲਿਸ਼ 'ਚ ਬਹਿਸ ਕਰਦੀ ਹਾਂ ਜਾਂ ਬਹੁਤ ਟੈਕਨੀਕਲ ਲਾਅ ਜਿਵੇਂ NDPS ਦੇ ਕੇਸਿਸ ਅਸੀਂ ਲੜਦੇ ਹੈਗੇ ਹਾਂ, ਜੱਜਿਸ ਨੂੰ ਅਸੀਂ ਦੱਸਦੇ ਹਾਂ ਕਿ ਇੱਦਾਂ ਨਹੀਂ। ਸੋ ਮੈਨੂੰ ਕਈ ਵਾਰੀ ਆਪਣਾ ਸਕੂਲ ਟਾਈਮ ਯਾਦ ਆਉਂਦਾ ਹੈਗਾ ਕਿ ਉਹ ਕਹਿੰਦੇ ਸੀ ਵੀ ਇਹਨੂੰ ਪੜ੍ਹਨਾ ਨਹੀਂ ਆਉਂਦਾ ਹੈਗਾ, ਤਾਂ ਹੁਣ ਮੈਂ ਸਾਰਾ ਦਿਨ ਪੜ੍ਹਦੀ ਹੀ ਰਹਿੰਦੀ ਹਾਂ। ਇਸ ਕਰਕੇ ਇਹ ਵੀ ਇੱਕ ਮੈਸੇਜ ਹੈਗਾ ਕਿ ਜ਼ਿੰਦਗੀ ਰੁਕਦੀ ਨਹੀਂ ਹੈ, ਜ਼ਿੰਦਗੀ ਨੂੰ ਚੱਲਦੇ ਰਹਿਣਾ ਪੈਂਦਾ ਹੈਗਾ। ਮੈਡਮ ਜੀ, ਇੱਥੋਂ ਤੱਕ ਪਹੁੰਚਣ ਲਈ ਤੁਸੀਂ ਸਭ ਤੋਂ ਵੱਧ ਕਿਹਨਾਂ ਦਾ ਸਹਿਯੋਗ ਮੰਨਦੇ? ਦੇਖੋ, ਸਹਿਯੋਗ ਸਾਰਿਆਂ ਦਾ ਹੀ ਬਹੁਤ ਹੈ। ਪਹਿਲਾਂ ਤਾਂ ਮੇਰੇ ਮਦਰ ਬਹੁਤ ਕਾਮਰੇਡ ਨੇਚਰ ਦੇ, ਉਹਨਾਂ ਨੇ ਕਿਹਾ ਸੀ ਕਿ ਦਹੇਜ ਨਹੀਂ ਦੇਣਾ ਹੈਗਾ। ਮੈਨੂੰ, ਮੇਰੀ ਸਿਸਟਰ ਨੂੰ ਸਾਨੂੰ ਦਹੇਜ ਨਹੀਂ ਮਿਲਿਆ, ਕਹਿੰਦੇ ਪੜ੍ਹਾਈ ਦਾ ਹੀ ਦਹੇਜ ਦੇਣਾ। ਔਰ ਸਾਨੂੰ ਦੋਵਾਂ ਨੂੰ ਡਿਗਰੀ ਕਰਾਈ, LLB ਕਰਾਈ। ਉਸ ਤੋਂ ਬਾਅਦ ਜਦੋਂ ਮੇਰੀ ਸ਼ਾਦੀ ਹੋਈ ਤਾਂ ਮੇਰੇ ਹਸਬੈਂਡ ਦਾ ਬਹੁਤ ਸਹਿਯੋਗ ਮੈਨੂੰ ਮਿਲਿਆ। ਉਹਨਾਂ ਨੇ ਮਤਲਬ ਜੇ ਮੈਂ ਕਿਹਾ ਕਿ ਮੈਂ ਵਕਾਲਤ ਕਰਨੀ ਹੈ ਤਾਂ ਉਹਨਾਂ ਕਦੀ ਮਨਾ ਨਹੀਂ ਕੀਤਾ ਮੈਨੂੰ। ਔਰ MBA ਤੋਂ ਬਾਅਦ ਵੀ ਮੈਂ ਜੌਬ ਕਰਦੀ ਰਹੀ ਤਾਂ ਉਹਨਾਂ ਨੇ ਮਨਾ ਨਹੀਂ ਕੀਤਾ ਮੈਨੂੰ। ਫਿਰ ਉਸ ਤੋਂ ਸਭ ਤੋਂ ਜ਼ਿਆਦਾ ਫਿਰ ਸਹਿਯੋਗ ਮੈਨੂੰ ਆਪਣੇ ਮਦਰ ਇਨ ਲਾਅ ਦਾ ਮਿਲਿਆ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹ 2 ਸਾਲ ਪਹਿਲਾਂ ਸਾਡਾ ਸਾਥ ਛੱਡ ਗਏ। ਮੈਨੂੰ ਉਹਨਾਂ ਦਾ ਬਹੁਤ ਸਹਿਯੋਗ ਮਿਲਿਆ। ਉਹਨਾਂ ਨੇ ਮੈਨੂੰ ਧੀਆਂ ਵਾਂਗੂ ਪਾਲਿਆ। ਔਰ ਮੈਂ ਜਦੋਂ ਕਦੇ ਵੀ ਕੋਰਟ ਤੋਂ ਥੱਕ ਕੇ ਆਉਣਾ ਤਾਂ ਉਹਨਾਂ ਨੇ ਹਮੇਸ਼ਾ ਕਹਿਣਾ ਮੇਡਸ ਨੂੰ, ਉੱਠੋ ਦੌੜੋ, ਉਹਨੂੰ ਪਾਣੀ ਦਿਓ, ਥੱਕ ਕੇ ਆਈ ਹੈ। ਸੋ ਉਹਨਾਂ ਕਦੀ ਸੱਸਾਂ ਵਾਂਗੂ ਬਿਹੇਵ ਨਹੀਂ ਕੀਤਾ ਸੀਗਾ। ਔਰ ਹਮੇਸ਼ਾ ਉਹਨਾਂ ਨੇ ਕਹਿਣਾ ਕਿ ਇਹ ਥੱਕ ਗਈ ਹੈ, ਇਹਨੂੰ ਰੈਸਟ ਕਰਨ ਦਾ ਟਾਈਮ ਦਿਓ। ਕਦੀ ਵੀ ਕਿਚਨ ਦਾ ਬੋਝ ਉਹਨਾਂ ਨੇ ਮੇਰੇ 'ਤੇ ਨਹੀਂ ਪਾਇਆ ਸੀਗਾ।
ਉਹਨਾਂ ਨੇ ਕਹਿਣਾ ਸਭ ਕੁਝ ਕਰਨਾ ਤਾਂ ਮੇਡਸ ਨਹੀਂ ਹੈ, ਇੱਕ ਆਰਡਰ ਹੀ ਕਰਨਾ ਕਿ ਆਹ ਬਣਾ ਲਓ ਆਹ ਬਣਾ ਲਓ। ਸੋ ਮੈਨੂੰ ਉਹਨਾਂ ਨੇ ਕਦੀ ਵੀ ਕੋਈ ਜਿਹੜਾ ਹੈਗਾ ਕੰਮ ਸੌਂਪਿਆ ਹੀ ਨਹੀਂ। ਔਰ ਮੈਂ ਵਕਾਲਤ ਬਹੁਤ ਜਿਹੜਾ ਹੈਗਾ ਮਿਹਨਤ ਨਾਲ ਬੜੇ ਮਜ਼ੇ ਨਾਲ ਕੀਤੀ, ਬਹੁਤ ਫੁੱਲ ਟਾਈਮ ਕੀਤੀ। ਫੁੱਲ ਟਾਈਮ ਵਕਾਲਤ ਕਰਨ ਦੇ ਨਾਲ ਹੀ ਤੁਸੀਂ ਜਿਹੜਾ ਹੈਗਾ ਵਕਾਲਤ ਦੇ ਨਾਲ ਨਾਲ ਸੋਸ਼ਲ ਵਰਕ ਵੀ ਕਰ ਸਕਦੇ ਹੋ। ਅਤੇ ਜੇ ਤੁਹਾਨੂੰ ਪਿੱਛੇ ਕੋਈ ਖਿੱਚ ਹੋਵੇ ਜਾਂ ਤੁਹਾਨੂੰ ਝਿੜਕਾਂ ਪੈਂਦੀਆਂ ਹੋਣ ਜਾਂ ਤੁਹਾਨੂੰ ਲੱਗਿਆ ਹੋਇਆ ਕਿ ਅਗਲੇ ਮੂੰਹ ਸੁਜਾ ਕੇ ਬੈਠੇ ਨੇ ਜਾਂ ਕੁਛ ਇੱਦਾਂ ਹੈਗਾ, ਤਾਂ ਫਿਰ ਤੁਸੀਂ ਇੰਨਾ ਖੁੱਲ੍ਹ ਕੇ ਕੰਮ ਨਹੀਂ ਕਰ ਸਕਦੇ। ਸੋ ਮੈਂ ਆਪਣੀ ਮਦਰ ਇਨ ਲਾ, ਆਪਣੇ ਫਾਦਰ ਇਨ ਲਾ ਦੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈਗਾ। ਮੈਡਮ ਜੀ ਕੋਈ ਗੀਤ ਗੁਣਗੁਣਾ ਕੇ ਦੱਸਿਓ। ਯੂਨੀਵਰਸਿਟੀ ਟਾਈਮ 'ਤੇ ਤਾਂ ਬਹੁਤ ਗਾਉਂਦੇ ਰਹੇ ਹਾਂ, ਔਰ ਮੈਂ ਦੂਰਦਰਸ਼ਨ ਦੇ ਵਿੱਚ ਵੀ ਜਿਹੜਾ ਹੈਗਾ ਪਲੇਬੈਕ ਸੌਂਗਸ ਬੜੇ ਗਾਏ ਨੇ। ਸਾਡੇ ਅੰਮ੍ਰਿਤਸਰ ਦੇ ਵਿੱਚ ਇੱਕ ਨਾਟਸ਼ਾਲਾ ਹੈਗੀ ਹੈ, ਜਿਹੜਾ ਏਸ਼ੀਆ ਦਾ ਇੱਕ ਇਹੋ ਜਿਹਾ ਥੀਏਟਰ ਹੈ ਜਿਹੜਾ ਫਸਟ ਰਿਵੋਲਵਿੰਗ ਥੀਏਟਰ ਹੈ। ਉਹਦੀ ਸਟੇਜ ਜਿਹੜੀ ਰਿਵੋਲਵ ਹੋ ਜਾਂਦੀ ਹੈ, ਉੱਥੇ ਪਰਦਾ ਸੁੱਟਣ ਦੀ ਲੋੜ ਨਹੀਂ ਪੈਂਦੀ। ਜਦੋਂ ਨਾਟਕ ਦਾ ਸੀਨ ਬਦਲਦਾ ਹੈ ਤਾਂ ਸਟੇਜ ਘੁੰਮ ਜਾਂਦੀ ਹੈਗੀ ਹੈ। ਸੋ ਯੂਨੀਵਰਸਿਟੀ ਤੋਂ ਆਉਂਦਿਆਂ ਨਾਟਸ਼ਾਲਾ ਦੇ ਵਿੱਚ ਮੇਰਾ ਬਹੁਤ ਟਾਈਮ ਬੀਤਿਆ। ਮੈਂ ਬਹੁਤ ਸਾਰੇ ਪਲੇਬੈਕ ਸੌਂਗਸ ਉੱਥੇ ਗਾਏ ਹੈਗੇ ਨੇ। ਸੋ ਲਿਟਰੇਚਰ ਦੇ ਨਾਲ, ਆਰਟ ਦੇ ਨਾਲ, ਨਾਟਕਾਂ ਦੇ ਨਾਲ ਮੇਰਾ ਬਹੁਤ ਵਾਹ ਵਸਦਾ ਰਿਹਾ ਹੈਗਾ। ਇਸੇ ਕਰਕੇ ਵਕਾਲਤ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਕਿਉਂਕਿ ਅਸੀਂ ਸਟੇਜ 'ਤੇ ਪਰਫੋਰਮ ਕਰਦੇ ਰਹੇ ਹੈਗੇ ਹਾਂ, ਸੋ ਵਕਾਲਤ 'ਚ ਵੀ ਪਰਫੋਰਮੈਂਸ ਹੀ ਹੁੰਦੀ ਹੈ। ਤੁਸੀਂ ਪਰਫੋਰਮ ਹੀ ਕਰਨਾ ਹੁੰਦਾ, ਆਪਣੇ ਕੇਸ ਨੂੰ ਪ੍ਰੈਜ਼ੈਂਟ ਹੀ ਕਰਨਾ ਹੁੰਦਾ। ਸੋ ਉਹ ਚੀਜ਼ਾਂ, ਯੂਥ ਫੈਸਟੀਵਲ ਦੀ ਪ੍ਰੈਜ਼ੈਂਟੇਸ਼ਨਸ, ਉਹ ਸਾਰੀਆਂ ਚੀਜ਼ਾਂ ਮੈਨੂੰ ਬਹੁਤ ਕੰਮ ਆਈਆਂ। ਸੋ ਗੀਤ ਹੁਣ ਮੈਂ ਤੁਹਾਨੂੰ ਕਿਹੜਾ ਸੁਣਾਵਾਂ। ਇੱਕ ਨਾਟਕ ਸੀਗਾ ਦੂਰਦਰਸ਼ਨ ਦਾ, ਇੱਕ ਸੀ ਮਲਕਾਂ। ਸੋ ਉਹਦੇ ਵਿੱਚ ਮੇਰੇ ਕਲਾਸ ਫੈਲੋਜ਼ ਮੈਨੂੰ 20-25 ਸਾਲ ਬਾਅਦ ਮਿਲੇ। ਜਿਸ ਤਰ੍ਹਾਂ 3 ਇਡੀਅਟ ਮੂਵੀ ਆਈ ਸੀ ਅਤੇ ਸਾਰੇ ਦੋਸਤ ਕਾਫੀ ਸਾਲਾਂ ਬਾਅਦ ਮਿਲਦੇ ਨੇ, ਸੋ ਅਸੀਂ ਵੀ ਸਾਰੇ ਦੋਸਤ 20-25 ਸਾਲਾਂ ਬਾਅਦ ਮਿਲੇ। ਸੋ ਮੈਨੂੰ ਹੈਰਾਨੀ ਹੋਈ ਕਿ 25 ਸਾਲਾਂ ਬਾਅਦ ਮਿਲਣ ਤੋਂ ਬਾਅਦ ਵੀ ਯੂਨੀਵਰਸਿਟੀ ਟਾਈਮ 'ਤੇ ਅਸੀਂ ਲੌਨ 'ਚ ਬੈਠ ਕੇ ਜਿਹੜੇ ਗੀਤ ਗਾਉਂਦੇ ਹੁੰਦੇ ਸੀ, ਉਹਨਾਂ ਨੂੰ ਸਾਰੇ ਯਾਦ ਸੀਗੇ। ਸੋ ਕੋਈ ਹੁਣ ਕਿਸੇ ਕੰਪਨੀ ਦਾ ਡਾਇਰੈਕਟਰ ਹੈ, ਕੋਈ ਕਿਸੇ ਜਿਹੜਾ ਵੱਡੀ ਫਰਮ ਦਾ ਲੀਗਲ ਹੈੱਡ ਹੈ, ਸਾਰੇ ਵੱਡੇ ਅਹੁਦਿਆਂ 'ਤੇ ਪਹੁੰਚੇ ਹੋਏ ਨੇ। ਕੋਈ SSP ਬਣ ਗਿਆ ਹੈ, ਕੋਈ ਕੁਛ ਹੈ। ਤਾਂ ਉਹਨਾਂ ਸਾਰਿਆਂ ਨੂੰ ਉਹ ਸਾਰੇ ਗੀਤ ਯਾਦ ਸੀਗੇ। ਸੋ ਮੈਨੂੰ ਕਹਿੰਦੇ ਕਿ ਤੂੰ ਉਹ ਸੁਣਾ, ਜੋਗੀ ਦਾ ਰੰਗ ਜੋਗੜਾ ਤੇਰਾ ਰੰਗ ਗੁਲਨਾਰ। ਤਾਂ ਮੈਂ ਭੁੱਲ ਗਈ ਅਗਲੀ ਲਾਈਨ, ਅਤੇ ਉਹ ਕਹਿੰਦੇ ਅੱਗੋਂ ਇਹ ਲਾਈਨ ਆ। ਮੈਨੂੰ ਬੜੀ ਹੈਰਾਨੀ ਹੋਈ ਕਿ ਕਿੰਨਾ ਪਿਆਰ ਮੈਨੂੰ ਹਾਲੇ ਵੀ ਮਿਲਦਾ ਸਾਰਿਆਂ ਕੋਲੋਂ ਕਿ ਤੂੰ ਗਾਉਂਦੀ ਹੁੰਦੀ ਸੀ ਅਤੇ ਅਸੀਂ ਸੁਣਦੇ ਹੁੰਦੇ ਸੀ। ਸੋ ਮੈਂ ਗੀਤ ਤੁਹਾਨੂੰ ਸੁਣਾਉਂਦੀ ਹਾਂ। ਜਗਦੀਸ਼ ਸਚਦੇਵਾ ਨਾਟਕਕਾਰ ਹੈਗੇ ਨੇ, ਉਹਨਾਂ ਦਾ ਲਿਖਿਆ ਹੋਇਆ ਗੀਤ ਹੈ। ਜੋਗੀ ਦਾ ਰੰਗ ਜੋਗੜਾ ਤੇਰਾ ਰੰਗ ਗੁਲਨਾਰ। ਜੋਗੀ ਦਾ ਰੰਗ ਜੋਗੜਾ तेरा रंग गुलनार। तू रहना इस पासड़े जोगी जाना पार, जोगी जाना पार। सो साडे वेले इन्ना प्लेटफॉर्म नहीं सी जिन्ना हुण प्लेटफॉर्म अवेलेबल हैगा। सो वाहिगुरू ਦੇ ਹੁਕਮ ਦੇ ਵਿੱਚ ਹੈ, ਜੇ ਉਹਨਾਂ ਵਕਾਲਤ ਕਰਵਾਉਣੀ ਸੀ ਤਾਂ ਉਹਨਾਂ ਵਕਾਲਤ ਕਰਵਾਤੀ, ਜਾਂ ਹੋ ਸਕਦਾ ਉਸ ਵੇਲੇ ਮੈਂ ਸਿੰਗਰ ਬਣ ਜਾਂਦੀ। ਸੋ ਇਸ ਕਰਕੇ ਉਹਦੀ ਰਜ਼ਾ 'ਚ ਹੀ ਰਹਿਣਾ ਜਿਹੜਾ ਹੈਗਾ ਅੱਛਾ ਲੱਗਦਾ ਹੈ। ਮੈਡਮ ਜੀ, ਲੋਕਡਾਊਨ ਦਿਨਾਂ ਦੌਰਾਨ ਤੁਸੀਂ ਘਰ 'ਚ ਕਿੱਦਾਂ ਦਾ ਸਮਾਂ ਬਤੀਤ ਕਰ ਰਹੇ ਜੀ? ਇਹੋ ਜਿਹਾ ਸਮਾਂ ਜ਼ਿੰਦਗੀ 'ਚ ਕਦੀ ਵੀ ਨਹੀਂ ਆਇਆ ਕਿ ਮੈਂ ਕਦੀ ਇੰਨੀ ਵਿਹਲੀ ਹੋਵਾਂ, ਕਿਉਂਕਿ ਮੇਰੀ ਵਕਾਲਤ ਜਿਹੜੀ ਹੈਗੀ ਹੈ ਉਹ 9 to 9, ਸਵੇਰੇ 9 ਵਜੇ ਅਸੀਂ ਸ਼ੁਰੂ ਹੋ ਜਾਂਦੇ ਹਾਂ ਅਤੇ ਰਾਤ 9 ਵਜੇ ਤੱਕ ਸਾਡਾ ਦਫ਼ਤਰ ਚੱਲਦਾ ਰਹਿੰਦਾ। ਔਰ ਸਵੇਰੇ ਵੀ ਫੋਨ ਕਾਲਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸਵੇਰੇ 7 ਵਜੇ ਤੋਂ ਹੀ ਕਲਾਇੰਟਸ ਫੋਨ ਕਰਨਾ ਸ਼ੁਰੂ ਕਰ ਦਿੰਦੇ ਨੇ। ਸੋ ਕਦੀ ਵੀ ਜ਼ਿੰਦਗੀ 'ਚ ਇਹੋ ਜਿਹਾ ਇੰਨਾ ਵਿਹਲਾ ਟਾਈਮ ਨਹੀਂ ਆਇਆ ਸੀਗਾ। ਪਰ ਮੈਂ ਫਿਰ ਇਸ ਟਾਈਮ ਨੂੰ ਵੀ ਬੜਾ ਇੰਜੋਏ ਕੀਤਾ। ਅਸੀਂ ਮਤਲਬ ਕੋਸ਼ਿਸ਼ ਕੀਤਾ ਕਿ ਮੈਂ ਡਿਪਰੈਸ਼ਨ 'ਚ ਨਾ ਜਾਵਾਂ ਕਿ ਵੀ ਵਿਹਲੇ ਹੋ ਗਏ। ਸੋ ਕਿਉਂਕਿ ਹਾਇਰ ਅਥਾਰਟੀਜ਼ ਨੇ ਵੀ ਇਹੋ ਕਿਹਾ ਸੀਗਾ ਕਿ ਵੀ ਬਾਹਰੋਂ ਘਰ 'ਚ ਨਾ ਆਉਣ ਦਿਓ। ਸੋ ਅਸੀਂ ਆਪਣੀਆਂ ਸਾਰੀਆਂ ਮੇਡਸ ਨੂੰ ਕਹਿ ਦਿੱਤਾ ਕਿ ਤੁਸੀਂ ਆਰਾਮ ਕਰੋ, ਤੁਹਾਨੂੰ ਤਨਖਾਹ ਤੁਹਾਡੇ ਘਰ ਪਹੁੰਚ ਜਾਏਗੀ। ਸੋ ਘਰ ਦੇ ਜਿਹੜੇ ਕੰਮ ਹੈ, ਖਾਣਾ ਬਣਾਉਣਾ, ਕੱਪੜੇ ਧੋਣਾ, ਸੋ ਇਹੋ ਜਿਹੇ ਕੰਮ ਮੈਂ ਕਰਦੀ ਰਹੀ ਹਾਂ। ਔਰ ਪੌਦਿਆਂ ਨੂੰ ਪਾਣੀ ਦੇਣਾ, ਸਾਰਾ ਕੁਝ ਕਰਨਾ। ਸੋ ਬਹੁਤ ਇੰਜੋਏ ਕੀਤਾ ਔਰ ਅੱਛਾ ਲੱਗਿਆ, ਔਰ ਹੈਲਦੀ ਵੇ ਨਾਲ ਜਿਹੜਾ ਟਾਈਮ ਪਾਸ ਕਰ ਰਹੇ ਹੈਗੇ ਆ। ਮੈਡਮ ਜੀ, ਸਾਡੇ ਅਜੀਤ ਵੈਬ TV ਬਾਰੇ ਕੀ ਕਹਿਣਾ ਚਾਹੁੰਦੇ ਜੀ? ਮੈਂ ਅਜੀਤ ਅਦਾਰੇ ਦੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਇੰਟਰਵਿਊ ਕੀਤੀ ਹੈਗੀ ਆ। ਔਰ ਅਜੀਤ ਦਾ ਪੰਜਾਬ ਦੇ ਵਿੱਚ ਬਹੁਤ ਯੋਗਦਾਨ ਹੈ।
ਅਜੀਤ ਅਦਾਰਾ ਜਿਹੜਾ ਹੈਗਾ, ਜਦੋਂ ਇਹਨਾਂ ਦੀ ਅਖਬਾਰ ਹੁੰਦੀ ਸੀਗੀ, ਅਸੀਂ ਛੋਟੇ ਹੁੰਦੇ ਸੀ ਔਰ ਬਚਪਨ 'ਚ ਮੈਂ ਪੜ੍ਹਦੀ ਆਈ ਹਾਂ ਅਜੀਤ ਅਖਬਾਰ, ਹੁਣ ਵੀ ਪੜ੍ਹਦੇ ਹੈਗੇ ਹਾਂ ਅਸੀਂ। ਔਰ ਅਜੀਤ ਦਾ ਪੰਜਾਬ ਨੂੰ ਸੇਧ ਦੇਣ ਦੇ ਲਈ ਬਹੁਤ ਯੋਗਦਾਨ ਹੈਗਾ ਅਜੀਤ ਅਖਬਾਰ ਦਾ। ਉਦੋਂ 2 ਹੀ ਅਖਬਾਰਾਂ ਹੁੰਦੀਆਂ ਸੀ, ਅਜੀਤ ਸੀ, ਇੱਕ ਨਵਾਂ ਜ਼ਮਾਨਾ ਸੀਗੀ, ਬਾਕੀ ਅਖਬਾਰਾਂ ਤਾਂ ਸਾਰੀਆਂ ਬਾਅਦ ਦੇ ਵਿੱਚ ਆਈਆਂ ਹੈਗੀਆਂ ਨੇ। ਸੋ ਹੁਣ ਵੀ ਅਜੀਤ ਜਿਹੜੀ ਹੈ ਉਹ ਪੰਜਾਬੀਆਂ ਨੂੰ ਬਹੁਤ ਅੱਛੀ ਸੇਧ ਦੇ ਰਹੀ ਹੈ। ਔਰ ਜਿਹੜਾ ਵੈਬ ਟੀਵੀ ਹੈਗਾ, ਇਹ ਬਹੁਤ ਅੱਛੇ ਪ੍ਰੋਗਰਾਮ ਲੈ ਕੇ ਆ ਰਿਹਾ ਹੈਗਾ ਔਰ ਬੜੇ ਅੱਛੇ ਵਿਸ਼ੇ ਜਿਹੜੇ ਚੁਣਦੇ ਨੇ ਇੰਟਰਵਿਊਜ਼ ਵਾਸਤੇ ਜਾਂ ਅਦਰਵਾਈਜ਼ ਕੋਈ ਬਾਕੀ ਪ੍ਰੋਗਰਾਮਾਂ ਦੇ ਲਈ। ਔਰ ਮੈਂ ਅਜੀਤ ਅਦਾਰੇ ਨੂੰ ਜਿਹੜੀ ਹੈਗੀ ਆ ਵਧਾਈ ਦਿੰਦੀ ਹਾਂ ਔਰ ਵਧਾਈ ਦੇ ਹੱਕਦਾਰ ਨੇ ਕਿ ਇਹ ਇੰਨਾ ਅੱਛਾ ਜਿਹੜਾ ਚੈਨਲ ਚਲਾ ਰਹੇ ਹੈਗੇ ਨੇ।